Hi, you are watching Commerce EduTech. My name is Harpreet Singh, and today I am going to deliver a new lecture on topic Principles of Management. +2 Business Studies ਦਾ topic है ਇਹ Principle of Management. स्टार्ट करते हैं ਆਪਾਂ ਆਪਣਾ टॉपिक। इंट्रोडक्शन देखते हैं ਪਹਿਲਾਂ क्योंकि ਪ੍ਰਿੰਸੀਪਲਸ ਨੂੰ ਸਟੱਡੀ ਕਰਨ ਤੋਂ ਪਹਿਲਾਂ ਵੀ ਹੈਵ ਟੂ ਨੋ ਅਬਾਊਟ ਦ ਵਰਡ ਪ੍ਰਿੰਸੀਪਲ ਕਿ ਪ੍ਰਿੰਸੀਪਲ ਹੁੰਦੇ ਕੀ ਹੈ। ਸਮ ਗਾਈਡਲਾਈਨਸ ਆਰ ਨੀਡਡ ਵਿਚ ਗਾਈਡ ਦ ਮੈਨੇਜਰਸ ਟੂ ਰਨ ਦ ਬਿਜ਼ਨਸ ਸਮੂਥਲੀ ਐਂਡ ਐਫੀਸ਼ੀਐਂਟਲੀ। ਦੇਖੋ ਬਿਜ਼ਨਸ ਜਿਹੜਾ ਹੈ ਸਟਾਰਟ ਕਰਨਾ, ਉਸ ਤੋਂ ਬਾਅਦ ਉਸ ਨੂੰ ਸਹੀ ਤਰੀਕੇ ਨਾਲ ਚਲਾਉਣਾ ਸਮੂਥਲੀ ਐਂਡ ਐਫੀਸ਼ੀਐਂਟਲੀ, ਉਸ ਦੇ ਲਈ ਸਾਨੂੰ ਕੁਝ ਗਾਈਡਲਾਈਨਸ ਦੀ ਜ਼ਰੂਰਤ ਪੈਂਦੀ ਹੈ। ਅ ਸਟੇਟਮੈਂਟ ਔਰ ਅ ਗਾਈਡਲਾਈਨ ਵਿਚ ਕਮ ਟੂ ਹੈਲਪ ਆਫ ਦ ਮੈਨੇਜਮੈਂਟ ਸ਼ੈਲ ਨੋਨ ਐਜ਼ ਪ੍ਰਿੰਸੀਪਲ ਆਫ ਮੈਨੇਜਮੈਂਟ। ਹੁਣ ਉਹ ਸਟੇਟਮੈਂਟਸ, ਉਹ ਗਾਈਡਲਾਈਨਸ ਜੋ ਕਿ ਮੈਨੇਜਮੈਂਟ ਨੂੰ ਜਾਂ ਮੈਨੇਜਰਸ ਨੂੰ ਅੱਗੇ ਗਾਈਡਲਾਈਨਸ ਪ੍ਰੋਵਾਈਡ ਕਰਦੀਆਂ ਨੇ ਕਿ ਐਕਚੁਅਲ ਵਰਕਿੰਗ ਜਿਹੜੀ ਹੈ ਉਹ ਕਿਵੇਂ ਕਰਨੀ ਹੈ, ਉਹਨਾਂ ਸਟੇਟਮੈਂਟਸ ਨੂੰ, ਉਹਨਾਂ ਗਾਈਡਲਾਈਨਸ ਨੂੰ ਹੀ ਅਸੀਂ ਪ੍ਰਿੰਸੀਪਲ ਦਾ ਡੈਜ਼ਿਗਨੇਸ਼ਨ ਦਿੰਦੇ ਹਾਂ। Henry Fayol and F.W. Taylor, Mooney, and many more thinkers have derived certain generalizations or statements or guidelines from their experience and observations. देखो ये कुछ thinkers ਦੇ ਨਾਮ ਦਿੱਤੇ ਹੈ, ਲਾਈਕ ਜਿਵੇਂ ਅਸੀਂ ਲਿਖਿਆ ਹੈਨਰੀ ਫਿਓਲ, F.W. ਟੇਲਰ, ਮੂਨੀ and many more thinkers। ਇਹਨਾਂ ਨੇ ਜਨਰਲਾਈਜੇਸ਼ਨ ਤੋਂ ਜਾਂ ਆਪਣੀਆਂ ਐਕਸਪੀਰੀਅੰਸਸ ਤੋਂ ਜਾਂ ਆਪਣੇ ਓਬਜ਼ਰਵੇਸ਼ਨਸ ਤੋਂ ਇਹਨਾਂ ਨੇ ਕੁਝ ਗਾਈਡਲਾਈਨਸ ਜਾਂ ਸਟੇਟਮੈਂਟਸ ਜਿਹੜੀਆਂ ਨੇ ਉਹ ਡਰਾਈਵਡ ਕੀਤੀਆਂ, ਉਹ ਕੱਢੀਆਂ, ਜਿਨ੍ਹਾਂ ਗਾਈਡਲਾਈਨਸ ਦੇ ਸਹਾਰੇ ਜਾਂ ਗਾਈਡਲਾਈਨਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਉਹਨਾਂ ਨੂੰ ਮੰਨਦੇ ਹੋਏ, ਉਸ ਨੂੰ ਫੋਲੋ ਕਰਦੇ ਹੋਏ ਜਿਹੜੇ ਮੈਨੇਜਰਸ ਹੈ ਉਹ ਆਪਣਾ ਕੰਮ ਕਰਦੇ ਆ, ਆਪਣੇ ਬਿਜ਼ਨਸ ਨੂੰ ਅੱਗੇ ਚਲਾਉਂਦੇ ਆ। ਠੀਕ ਹੈ ਜੀ। ਹੁਣ ਅਸੀਂ ਪ੍ਰਿੰਸੀਪਲ ਦਾ ਮੀਨਿੰਗ ਦੇਖੀਏ ਕੀ ਲਿਖਿਆ। ਪ੍ਰਿੰਸੀਪਲ ਇਜ਼ ਅ ਬੇਸਿਕ ਸਟੇਟਮੈਂਟ। ਦੇਖੋ ਅਸੀਂ ਜਿੱਥੋਂ ਸਟਾਰਟ ਕੀਤਾ ਉੱਥੇ ਹੀ ਅਸੀਂ ਦੁਬਾਰਾ ਆ ਗਏ ਕਿ ਪ੍ਰਿੰਸੀਪਲ ਕੀ ਹੁੰਦੇ ਆ, ਇੱਕ ਬੇਸਿਕ ਸਟੇਟਮੈਂਟ that provide understanding and guidance to thinking and actions। ਜੋ ਸਾਡੀ ਸੋਚ ਹੈ ਜਾਂ ਜੋ ਅਸੀਂ ਕੰਮ ਕਰਨੇ ਆ, ਸਾਡੇ ਐਕਸ਼ਨਸ ਹੈ, ਉਹਨਾਂ ਨੂੰ ਇੱਕ ਗਾਈਡੈਂਸ ਪ੍ਰੋਵਾਈਡ ਕਰਦੀ ਹੈ, ਇੱਕ ਗਾਈਡਲਾਈਨ ਪ੍ਰੋਵਾਈਡ ਕਰਦੀ ਹੈ। ਇਹਨਾਂ ਨੂੰ ਅਸੀਂ ਕੀ ਹੈ, ਇੱਕ ਪ੍ਰਿੰਸੀਪਲਸ ਕਹਿ ਦਿੰਦੇ ਹਾਂ। ਜਾਂ ਇਟ ਰੈਫਰਸ ਟੂ ਫੰਡਾਮੈਂਟਲ ਟਰੁੱਥ। ਹੁਣ ਦੇਖੋ ਇਸ ਨੂੰ ਫੰਡਾਮੈਂਟਲ ਟਰੁੱਥ ਕਿਉਂ ਕਿਹਾ ਗਿਆ ਔਰ ਕਿਸ ਚੀਜ਼ ਨੂੰ ਫੰਡਾਮੈਂਟਲ ਟਰੁੱਥ ਕਿਹਾ ਜਾਂਦਾ ਹੈ। ਜਦੋਂ ਅਸੀਂ ਕੀ ਕਰਦੇ ਹਾਂ, ਕਿਸੇ ਸਟੇਟਮੈਂਟ ਨੂੰ ਅਸੀਂ ਬਾਰ-ਬਾਰ ਆਪਣੇ ਐਕਸਪੀਰੀਅੰਸ 'ਚ ਲੈ ਕੇ ਆਉਂਦੇ ਹਾਂ, ਆਪਣੇ ਓਬਜ਼ਰਵੇਸ਼ਨ 'ਚ ਲੈ ਕੇ ਆਉਂਦੇ ਹਾਂ, ਅਸੀਂ ਉਹਨੂੰ ਜਰਨਲਾਈਜ਼ ਕਰ ਲੈਂਦੇ ਹਾਂ, ਤਦ ਅਸੀਂ ਉਸ ਚੀਜ਼ ਨੂੰ ਜਿਹੜੀ ਹੈ ਫੰਡਾਮੈਂਟਲ ਟਰੁੱਥ ਕਹਿ ਸਕਦੇ ਹਾਂ। Fundamental truth that explain the relationship between two or more variable in different situations। ਦੇਖੋ ਵੇਰੀਏਬਲਸ ਕੀ ਹੁੰਦੇ ਆ, ਜਦੋਂ ਅਸੀਂ ਕੰਮ ਕਰਦੇ ਹਾਂ ਔਰ ਕੰਮ ਕਰਦੇ ਟਾਈਮ ਜਿਹੜੇ ਐਕਸਪੀਰੀਅੰਸ ਸਾਨੂੰ ਫੇਸ ਕਰਨੇ ਪੈਂਦੇ, ਜਿਹੜੀਆਂ ਸਿਚੁਏਸ਼ਨਸ ਸਾਨੂੰ ਫੇਸ ਕਰਨੀਆਂ ਪੈਂਦੀਆਂ, ਉਹਨਾਂ ਦੇ ਵਿਚਕਾਰ ਹੀ ਇੱਕ ਰਿਲੇਸ਼ਨ ਨੂੰ ਐਸਟੈਬਲਿਸ਼ ਕਰਦੇ ਆ। ਥਰਡ ਕੀ ਲਿਖਿਆ, ਇਟ ਕਮ ਇਨਟੂ ਐਗਜ਼ਿਸਟੈਂਸ ਆਫਟਰ ਕੰਟੀਨਿਊਅਸ ਆਬਜ਼ਰਵੇਸ਼ਨ। ਦੇਖੋ ਇਹਨਾਂ ਨੂੰ ਹੁਣ ਬਣਾਉਣ ਦਾ ਤਰੀਕਾ ਕੀ ਹੈ, ਜਾਂ ਤਾਂ ਅਸੀਂ ਕੀ ਕਰੀਏ, ਕੰਟੀਨਿਊ ਆਬਜ਼ਰਵੇਸ਼ਨਸ ਕਰੀਏ, ਔਰ ਦੇਅਰ ਰਿਪੀਟ ਯੂਜ਼ in different situations and their relations with the present situation। ਜਾਂ ਤਾਂ ਅਸੀਂ ਉਸ ਨੂੰ ਕੀ ਕਰੀਏ, ਰੈਪੀਟੇਸ਼ਨ ਯੂਜ਼ ਕਰੀਏ। ਹੁਣ ਦੇਖੋ ਇਸ ਨੂੰ ਅਸੀਂ ਬਣਾਉਣ ਦਾ ਤਰੀਕਾ ਕੀ ਲਿਖਿਆ, ਡਰਾਈਵਡ ਫਰੋਮ ਆਬਜ਼ਰਵੇਸ਼ਨ ਮੈਥਡ। ਜਾਂ ਤਾਂ ਅਸੀਂ ਇਸ ਨੂੰ ਓਬਜ਼ਰਵ ਕਰੀਏ। ਓਬਜ਼ਰਵ ਕਿਵੇਂ ਕੀਤਾ ਜਾਂਦਾ ਹੁੰਦਾ ਹੈ, ਜਸਟ ਲਾਈਕ ਤੁਸੀਂ ਇੱਕ ਬਾਰਬਰ ਸ਼ਾਪ ਦੇ ਉੱਪਰ ਦੇਖਿਆ ਹੋਏਗਾ, ਇੱਕ ਨਾਈ ਜੋ ਹੁੰਦਾ ਬਾਲ ਕੱਟਦਾ ਹੈ, ਉਹਦੇ ਕੋਲ ਇੱਕ ਪਰਸਨ ਖੜਾ ਹੁੰਦਾ ਟ੍ਰੇਨਿੰਗ 'ਤੇ, ਉਸ ਨੂੰ ਕੀ ਕਰ ਰਿਹਾ ਹੁੰਦਾ ਹੈ, ਕੰਮ ਕਰਦੇ ਨੂੰ ਓਬਜ਼ਰਵ ਕਰ ਰਿਹਾ ਹੁੰਦਾ ਹੈ। ਸਟਾਰਟਿੰਗ ਦੇ ਵਿੱਚ ਉਸ ਨੂੰ ਕੋਈ ਵੀ ਸੀਜ਼ਰ ਜਾਂ ਬਲੇਡ ਨਹੀਂ ਪਕੜਾਇਆ ਜਾਂਦਾ, ਠੀਕ ਹੈ, ਉਹ ਓਬਜ਼ਰਵ ਕਰਕੇ ਹੀ ਉਸ ਕੰਮ ਨੂੰ ਸਿੱਖ ਲੈਂਦਾ। ਇਸੇ ਤਰ੍ਹਾਂ ਅਸੀਂ ਕੀ ਕਰਨਾ ਹੁੰਦਾ ਹੈ, ਜੋ ਸਾਡੇ ਤੋਂ ਜ਼ਿਆਦਾ ਸੀਨੀਅਰਸ ਨੇ, ਜੋ ਕਿ ਹਾਇਰ ਐਫੀਸ਼ੀਐਂਸੀ ਵਾਲੇ ਪਰਸਨਸ ਹੈ, ਅਸੀਂ ਉਹਨਾਂ ਨੂੰ ਜਦੋਂ ਕਿਸੇ ਸਿਚੁਏਸ਼ਨ 'ਚੋਂ ਬਾਹਰ ਨਿਕਲਦੇ ਹੋਏ ਦੇਖਦੇ ਹਾਂ ਕਿ ਉਹਨਾਂ ਨੇ ਡਿਸੀਜ਼ਨਸ ਕਿਸ ਤਰ੍ਹਾਂ ਲਏ, ਉਹਨਾਂ ਨੇ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ, ਤਾਂ ਅਸੀਂ ਉਹਨਾਂ ਦੇ ਐਕਸਪੀਰੀਅੰਸ ਤੋਂ ਇਹ ਸਿੱਖ ਲਿਆ ਕਿ ਇਹ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕੀਤਾ ਜਾਏਗਾ ਅਗਰ ਇਨ ਫਿਊਚਰ ਇਹ ਸਿਚੁਏਸ਼ਨ ਐਜ਼ ਅ ਮੈਨੇਜਰ ਸਾਨੂੰ ਫੇਸ ਕਰਨੀ ਪੈਂਦੀ ਹੈ।
ठीक है जी। सो इसनूं असीं कह दिता कि वो जो मैथड उसने यूज़ किया, जो प्लैनिंग उसने यूज़ की, वो साडे लई की बन जाती है, एक तरह की साडे लई प्रिंसीपल बन जाता है। सो ਉਹੀ स्टेटमेंट है, ਉਹੀ साडी ऑब्जरवेशन है जिसने सानू की कीता एक टाइम के उपर गाइडेंस प्रोवाइड की। नैक्सट मैथड है इसका एक्सपैरीमेंटल मैथड कि असी की करते हैं अपनी तरकीब के नाल असी एक्सपैरीमेंट यूज़ करते हैं, डिफरेंट प्रिंसीपल्स या डिफरेंट थिंकिंग्स डिफरेंट डिसीजन यूज़ किए जाते हैं डिफरेंट सिचुएशनस के अंदर, तो उन्होंने वैलिडिटी और उन्होंने रिजल्ट्स जोड़े है उन्होंने चैक किया जाता है। और चैक करने तो बाद जो सानू रैपीटेशन दे विच उसका सेम रिजल्ट मिलेगा, दैन असी की कह सकते हैं कि हाँ ये गाइडलाइन जो है, गाइडेंस जो है, ये साडे एक्शनस नू एक डायरैक्शन प्रोवाइड कर सकती है, एक पॉजिटिव डायरैक्शन प्रोवाइड कर सकती है। क्लीयर जी। नैक्सट है नेचर कि जो प्रिंसीपल्स होंगे मैनेजमेंट के उसकी नेचर की होंगी है। देखो फर्स्ट नेचर लिखी है यूनीवर्सल एप्लीकेशन। जदों असीं मैनेजमेंट नूं एक साइंस बोलिया सी तां असीं उत्थे भी लिखिया सी कि साइंस क्यों है, क्योंकि इस दे प्रिंसीपल्स इस दे रूल्स जिहड़े है वो यूनीवर्सली एप्लीकेबल होंदे आ। इस तरह जो प्रिंसीपल्स ऑफ मैनेजमेंट है उन्हां दी जो एप्लीकेबिलिटी है वो भी यूनीवर्सल लैवल के उपर है, इन एवरी फील्ड एट एवरी लैवल। देखो इन एवरी फील्ड, हर एक फील्ड दे विच, चाहे वो जिहड़ा है कोई भी उसका साइज़ होवे, कोई भी उसका नेचर होवे, चाहे वो सोशल एक्टिविटी है, चाहे वो रिलीजियस एक्टिविटी है, चाहे वो कोई कॉरपोरेट वर्ल्ड की एक्टिविटी है। ठीक है, इस तरह की जिथे भी असी कोई भी काम करते हैं, जिमें असी कोई गेम खेडते हैं, चाहे असी कोई रिलीजियस एक्टिविटी नूं परफॉर्म कर रहे हैं, उत्थे जो इसके प्रिंसीपल्स ने वो फॉलो किए जाते हैं। फॉर एग्जाम्पल जिमें साडे दिमाग दे विच क्वेश्चन आता है कि किमें प्रिंसीपल्स नूं किमें फॉलो करांगे। फॉर एग्जाम्पल कि किसी टीम का कैप्टन एक होंदा है, उसकी डायरैक्शन एक होंदी है और सारे बंदे जिहड़े है उस डायरैक्शन नूं फॉलो करते हैं। कहने का मतलब कि एक कैप्टन जो है वो एक ऑर्डर दे रहा, सारी टीम उस एक ऑर्डर नूं फॉलो कर रही है। अगर उस टीम के एक तो ज़्यादा कैप्टन होंदे तो फिर की हुंदा, सारिਆਂ ਦੇ डिसीजन अलग अलग हो सकते सी, तो टीम किस नूं फॉलो करती, अल्टीमेट असी मैच लूज़ कर जाते। सो इस करके जो ये है देखो हर एक जगह के उपर इसनूं अप्लाई किया जाता है। ठीक है, यही इसका जो फर्स्ट नेचर है। दूसरा है जनरल गाइडलाइनस। ये असी मीनिंग दे विच ही देख लिया कि प्रिंसीपल्स होंदे की है, ये सिर्फ की है कि जस्ट जनरल गाइडलाइनस होंदियां विच प्रोवाइड गाइडेंस टू आर वर्किंग। ये सिर्फ सानू की है गाइडेंस प्रोवाइड करदियां ने साडी वर्किंग नूं, साडी थिंकिंग नूं। कॉज एंड इफैक्ट का रिलेशन होंदा इन्हां दे अंदर। देयर इज़ अ कॉज एंड इफैक्ट रिलेशनशिप इन द मैनेजमेंट प्रिंसीपल when similar principles are applied in similar situations in different organizations, then effect can be predicted with certain precision। देखो इन्हां नूं असीं ये कह सकते हैं कि कॉज एंड इफैक्ट का रिलेशन है कि अगर एक प्रिंसीपल जिहड़ा है एक ऑर्गेनाइजेशन दे विच अप्लाई किया जाता है तो उसनूं अप्लाई करन दा कारण की है, असी तद ही उसनूं देखो सानू प्रॉब्लम होवे कंट्रोलिंग तो, और असी जिहड़ा उठा के प्रिंसीपल है वो कोई वर्कर वाला इक्विटी वाला या कुछ होर असी उत्थे फॉलो कर दिंदे आ, इक्वल वेजिस का फॉलो कर दिंदे आ। ठीक है, सो उत्थे वो काम नहीं आएगा, पहला सानू कॉज फाइंड करना पऊगा, कॉज फाइंड करांगे फिर उत्थे एग्जैक्ट प्रिंसीपल जिहड़ा है वो फिट करांगे, फिर उस तो बाद असी की है उस दे नाल जो इफैक्ट होया उसनूं फॉलो करन तो बाद फिर असी उन्हां दे विचकार एक रिलेशन जिहड़ा है वो एस्टैबलिश करांगे। क्लीयर। नैक्सट है साडे कोल फॉर्मड बाय ऑब्जरवेशन एंड एक्सपैरीमेंट्स। ये असी ऑलरेडी डिस्कस कर चुके कि जिहड़ा असी इसनूं ड्राइव करते हैं, इसकी जिहड़ी है उन्नति कित्थों हुंदी है, ये उत्पत्ति कित्थों हुंदी है, इन्हां दी ये बनदे कित्थों है, तो वो असी स्टडी किया कि इन्हां नूं एक तां असी ऑब्जरवेशन मैथड दे राहीं बना सकते हैं जां असी इसनूं एक्सपैरीमेंटल मैथड के थ्रू जिहड़ा है बना सकते हैं। नैक्सट है फ्लैक्सीबिलिटी। देखो हुण एक प्रिंसीपल हर एक ऑर्गेनाइजेशन दे विच अप्लाई नहीं किया जा सकता। वो क्यों नहीं किया जा सकता? क्योंकि असी मैनेजमेंट नूं सोशल साइंस किया, ये ह्यूमन बिहेवियर नाल रिलेटेड है और ह्यूमन बिहेवियर जिहड़ा है वो अपने आप नूं चेंज करता रहता, परसन टू परसन ह्यूमन बिहेवियर जिहड़ा है वो डिफरेंट हुंदा है।
ਇਸੇ ਤਰ੍ਹਾਂ ਜੋ ਸਾਡਾ ਇਨਵਾਇਰਮੈਂਟ ਹੈ, ਬਿਜ਼ਨਸ ਇਨਵਾਇਰਮੈਂਟ, ਉਹ ਵੀ ਬਿਜ਼ਨਸ ਟੂ ਬਿਜ਼ਨਸ ਚੇਂਜ ਹੋ ਜਾਂਦਾ, ਸੁਸਾਇਟੀ ਟੂ ਸੁਸਾਇਟੀ, ਪਲੇਸ ਟੂ ਪਲੇਸ ਜਾ ਕੇ ਚੇਂਜ ਹੋ ਜਾਂਦਾ। ਇਸ ਕਰਕੇ ਜਿਸ ਤਰ੍ਹਾਂ ਦਾ ਇਨਵਾਇਰਮੈਂਟ ਹੋਏਗਾ, ਜਿਸ ਤਰ੍ਹਾਂ ਦਾ ਪਰਸਨ ਹੋਏਗਾ, ਉਸੇ ਤਰ੍ਹਾਂ ਦੇ ਸਾਨੂੰ ਜਿਹੜੇ ਪ੍ਰਿੰਸੀਪਲਸ ਨੇ ਉਸ ਨੂੰ ਯੂਜ਼ ਕਰਨਾ ਪਊਗਾ। ਉਹਨਾਂ ਦੇ ਅੰਦਰ ਵੀ, ਉਸ ਦੀ ਯੂਜ਼ੇਸ ਦੇ ਅੰਦਰ ਵੀ ਸਾਨੂੰ ਜਿਹੜੀ ਫਲੈਕਸੀਬਿਲਿਟੀ ਹੈ ਉਹ ਲੈ ਕੇ ਆਉਣੀ ਪਏਗੀ। ਕਲੀਅਰ? ਇਸ ਕਰਕੇ ਜੋ ਮੈਨੇਜਮੈਂਟ ਦੇ ਪ੍ਰਿੰਸੀਪਲਸ ਹੁੰਦੇ ਆ ਉਹ ਫਲੈਕਸੀਬਲ ਇਨ ਨੇਚਰ ਦੇ ਹੁੰਦੇ ਆ। ਨੈਕਸਟ ਪੁਆਇੰਟ ਹੈ ਬੇਸਡ ਔਨ ਸਿਚੁਏਸ਼ਨ। ਵਨ ਪ੍ਰਿੰਸੀਪਲ ਮੇ ਨਾਟ ਐਪਲੀਕੇਬਲ ਇਨ ਆਲ ਸਿਚੁਏਸ਼ਨ। ਦੇਖੋ ਜੋ ਅਸੀਂ ਫਲੈਕਸੀਬਿਲਿਟੀ ਦੀ ਗੱਲ ਕੀਤੀ, ਉਸੇ ਦੇ ਵਿੱਚੋਂ ਹੀ ਨੈਕਸਟ ਪੁਆਇੰਟ ਨਿਕਲ ਕੇ ਆਇਆ ਕਿ ਜੋ ਪ੍ਰਿੰਸੀਪਲਸ ਹੁੰਦੇ ਆ ਉਸ ਦੀ ਜੋ ਐਪਲੀਕੇਬਿਲਿਟੀ ਹੈ ਉਹ ਬੇਸ ਕਰਦੀ ਹੈ ਔਨ ਸਿਚੁਏਸ਼ਨ। ਸਿਚੁਏਸ਼ਨ ਕੈਸੀ ਹੈ? ਆਲ ਸਿਚੁਏਸ਼ਨ ਦੇ ਅੰਦਰ ਅਸੀਂ ਇੱਕ ਹੀ ਪ੍ਰਿੰਸੀਪਲ ਜਿਹੜਾ ਹੈ ਉਸ ਨੂੰ ਫੋਲੋ ਨਹੀਂ ਕਰ ਸਕਦੇ। ਮੈਨੇਜਰ ਹੈਜ਼ ਟੂ ਐਡਜਸਟ। ਮੈਨੇਜਰ ਨੂੰ ਕੀ ਐਡਜਸਟ ਕਰਨਾ ਪਏਗਾ? ਦਾ ਪ੍ਰਿੰਸੀਪਲ ਅਕੋਰਡਿੰਗਸ ਟੂ ਦਾ ਸਿਚੁਏਸ਼ਨ। ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਜਿਸ ਤਰ੍ਹਾਂ ਦਾ ਹਿਊਮਨ ਬਿਹੇਵੀਅਰ ਹੈ, ਜਿਸ ਤਰ੍ਹਾਂ ਦਾ ਬਿਜ਼ਨਸ ਇਨਵਾਇਰਮੈਂਟ ਹੈ, ਸਾਨੂੰ ਉਸੇ ਤਰ੍ਹਾਂ ਜਿਹੜੇ ਸਾਡੇ ਪ੍ਰਿੰਸੀਪਲਸ ਹੈ ਉਸ ਨੂੰ ਐਡਜਸਟ ਕਰਨਾ ਪਏਗਾ। ਨੈਕਸਟ ਹੈ ਰਿਲੇਟਿਵ। relative in nature, not absolute in nature, which means these may applied differently at different time even though the situations are similar। देखो फिर वही रीज़न आया इस दे अंदर कि ये रिलेटिव जरूर होंदे आ लेकिन एब्सोल्यूट नेचर दे नहीं होंदे। रिलेटिव का मतलब कि एक सिचुएशन दे अंदर तुसी सेम प्रिंसीपल नू अप्लाई कर सकते हो। अगर असी कहिए कि असी वर्करस तो काम लेना है तो असी यूनिटी ऑफ कमांड एंड यूनिटी ऑफ डायरैक्शन नू उत्थे अप्लाई कर सकते हैं। ये प्रिंसीपल है साडे कि किस तरह इन्हों यूज़ किया जाता है, आप अगे डिस्कस करांगे कि उत्थे इन्हां दोनों नू यूज़ किया जा सकता है बट नॉट इन एब्सोल्यूट। एब्सोल्यूट का मतलब कि हरेक जगह के उपर नहीं असी ये सोच सकते कि असी यही चीज़ां अप्लाई करिए। डिपेंड करता है, की डिपेंड करता है कि साडा एनवायरनमेंट किस तरह का है, साडा ह्यूमन नेचर किस तरह का है। असी पहला ही ये गल की कि बिजनेस मैनेजमेंट जो है ये ह्यूमन बिहेवियर नाल रिलेटेड है और जिस तरह का ह्यूमन बिहेवियर आएगा सानू उसे तरह की जो डीलिंग है वो करनी पएगी और उसे तरह की प्रिंसीपल नू उसे तरीके नाल मोल्ड करके उसनू यूज़ करना पएगा। इसे करके असी लिखिया कि दीज मे अप्लाइड डिफरेंटली एट डिफरेंट टाइम even though the situations are same। अगर सिचुएशन सिमिलर है तद भी असी गल की कि उही प्रिंसीपल नू असी डिफरेंट तरीके दे नाल यूज़ कर सकते हैं। ਜਾਂ ਅਸੀਂ ये कह दीए कि सेम प्रिंसीपल उत्थे यूज़ नहीं भी हो सकता चाहे सिचुएशनस सेम ने। इसे करके असी इसनू नॉट एब्सोल्यूट वर्ड यूज़ किया कि रिलेटिव तो है बट नॉट एब्सोल्यूट। नैक्सट पॉइंट है साडा इक्वल इंपॉर्टेंस। हुण इक्वल इंपॉर्टेंस किस तरह है? इक्वल इंपॉर्टेंस फॉर रनिंग द बिजनेस स्मूथली। देखो हर एक प्रिंसीपल जिहड़ा है वो अपनी एक इक्वल इंपॉर्टेंस रखता। किसी भी प्रिंसीपल नूं असीं ये नहीं कह सकते कि वो ज़्यादा इंपॉर्टेंट है या दूसरा घट इंपॉर्टेंट है। हर एक प्रिंसीपल जिहड़ा बिजनेस के लिए इक्वल इंपॉर्टेंस रखता है फॉर स्मूथ रनिंग ऑफ बिजनेस। नेक्स्ट पॉइंट है इन्फ्लुएंस्ड बाय ह्यूमन बिहेवियर। ऑलरेडी वी हैव डिस्कस्ड कि मैनेजमेंट इज़ अ स्टडी ऑफ ह्यूमन बिहेवियर। इस तरह जो प्रिंसीपल्स होंदे आ वो भी इन्फ्लुएंस होंदे आ, प्रभावित होंदे आ फ्रॉम द ह्यूमन बिहेवियर। जिस तरह का बिहेवियर चेंज होगा उस तरह सानू प्रिंसीपल्स के अंदर भी चेंज लेके आनी पएगी। रैपिड यूज़ ऑफ डिफरेंट प्रिंसीपल्स। सानू इस दे तो रिजल्ट अगर लेने हैं दैन सानू इसनू की करना पऊगा, रैपिडली बार बार इसनू चेंज करना पऊगा। फॉर गेटिंग बैटर रिजल्ट मैनेजर्स शुड यूज़ डिफरेंट प्रिंसीपल्स रैपिडली इन प्रेजेंट सिचुएशंस। कि सानू जिहड़े है रैपिडली बार बार वो प्रिंसीपल्स जिहड़े है यूज़ करने पैणगे डिफरेंट सिचुएशंस के अंदर अगर असी जिहड़े बैटर रिजल्ट्स ने वो उत्थों लैणे होणगे। ठीक है जी। नैक्सट है कि असी प्रिंसीपल्स देखने हुण कि किहड़े मैनेजमेंट के प्रिंसीपल्स है गिवन बाय हैनरी फ्योल। पहला असी उन्हां दा एक हिस्टोरिकल बैकग्राउंड देख लीए। हैनरी फ्योल दा बर्थ होया सी फ्रांस के अंदर 1841 के अंदर।
उन्होंने उस तो बाद जूनीयर इंजीनियर के तौर पर एक माइनिंग कंपनी 1860 1860 के अंदर ज्वाइन की एंड रोज टू मैनेजिंग डायरैक्टर। उत्थों वो प्रमोट होकर मैनेजिंग डायरैक्टर की पोस्ट से चले गए 1888 1888 वैन कंपनी वाज इन सिचुएशन ऑफ बैंकरप्सी। ਜਦੋਂ ਸਾਨੂੰ ਇਹ ਪੋਸਟ ਮਿਲੀ ਉਸ ਟਾਈਮ ਕੰਪਨੀ ਦੇ ਹਾਲਾਤ ਬੜੇ ख़राब ਸੀ। ਕੰਪਨੀ ਬੈਂਕਰਪਸੀ ਮੀਨਸ ਕਿ ਇਨਸੋਲਵੈਂਸੀ ਦੀ ਕੰਧ ਤੇ ਖੜੀ ਸੀ ਕਿ ਇਨਸੋਲਵੈਂਟ ਹੋ ਸਕਦੀ ਸੀ। but he used his managerial techniques and bring out the company from that situation and made it most successful company। ਉਸ ਤੋਂ ਬਾਅਦ ਉਹਨਾਂ ਨੇ ਉਸ ਦੇ ਅੰਦਰ ਆਪਣੀਆਂ ਮੈਨੇਜਰੀਅਲ ਟੈਕਨੀਕਸ ਨੂੰ ਯੂਜ਼ ਕੀਤਾ, ਉਸ ਨੂੰ ਸਿਚੁਏਸ਼ਨ 'ਚੋਂ ਹੀ ਨਹੀਂ ਕੱਢਿਆ ਬਲਕਿ ਉਸ ਨੂੰ ਮੋਸਟ ਸਕਸੈਸਫੁਲ ਕੰਪਨੀ ਬਣਾ ਦਿੱਤਾ। ਹੀ ਰਿਟਾਇਰਡ ਆਫਟਰ 30 ਈਅਰ ਜੌਬ ਤੋਂ ਬਾਅਦ ਉਹ ਰਿਟਾਇਰ ਹੋਏ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਬੁੱਕ ਵੀ ਪਬਲਿਸ਼ ਕੀਤੀ 1916 ਦੇ ਅੰਦਰ, ਜਿਸ ਨੂੰ ਉਹਨਾਂ ਨੇ ਨਾਮ ਦਿੱਤਾ ਪ੍ਰਿੰਸੀਪਲਸ ਆਫ ਮੈਨੇਜਮੈਂਟ। ਮੇਜਰ ਕੰਟਰੀਬਿਊਸ਼ਨ ਉਹਨਾਂ ਦਾ ਕੀ ਰਿਹਾ? ਉਹਨਾਂ ਨੇ ਆਈਡੈਂਟੀਫਾਈਡ ਕੀਤੀਆਂ ਆਲ ਬਿਜ਼ਨਸ ਐਕਟੀਵਿਟੀज़ ਨੂੰ 5 ਕੈਟਾਗਰੀਜ਼ ਦੇ ਅੰਦਰ ਉਹਨਾਂ ਨੇ ਕੀ ਕਰ ਦਿੱਤਾ? ਡਿਵਾਈਡ ਕਰ ਦਿੱਤਾ। ਪਹਿਲਾਂ ਤਾਂ ਉਹਨਾਂ ਨੇ ਬਿਜ਼ਨਸ ਐਕਟੀਵਿਟੀज़ ਨੂੰ ਹੀ ਅਲੱਗ-ਅਲੱਗ ਕਰ ਦਿੱਤਾ ਐਂਡ ਮੇਕ ਡਿਫਰੈਂਸ ਇਨ ਟੈਕਨੀਕਲ ਐਂਡ ਮੈਨੇਜੀਰੀਅਲ ਐਕਟੀਵਿਟੀਜ਼। ਟੈਕਨੀਕਲ ਐਕਟੀਵਿਟੀਜ਼ ਨੂੰ ਅਲੱਗ ਕਰ ਦਿੱਤਾ ਤੇ ਮੈਨੇਜਰੀਅਲ ਐਕਟੀਵਿਟੀਜ਼ ਨੂੰ ਅਲੱਗ ਕਰ ਦਿੱਤਾ। ਹੁਣ ਦੇਖੋ ਇਸ ਨਾਲ ਫਾਇਦਾ ਕੀ ਹੋਇਆ ਕਿ ਤੁਹਾਡਾ ਸਟਾਫ ਅਲੱਗ-ਅਲੱਗ ਹੋ ਗਿਆ, ਤੁਹਾਡੀਆਂ ਪਾਵਰਸ ਅਲੱਗ-ਅਲੱਗ ਹੋ ਗਈਆਂ, ਤੁਹਾਡਾ ਬਰਡਨ ਜਿਹੜਾ ਹੈ ਉਹ ਘਟ ਗਿਆ। ਹੀ ਕਲਾਸੀਫਾਈ ਦਾ ਮੈਨੇਜਰੀਅਲ ਫੰਕਸ਼ਨਸ। ਉਹਨਾਂ ਨੇ ਫੰਕਸ਼ਨਸ ਨੂੰ ਕਲਾਸੀਫਾਈ ਕੀਤਾ ਕਿ ਮੈਨੇਜਮੈਂਟ ਕਿੰਨੇ ਤਰ੍ਹਾਂ ਦੇ ਫੰਕਸ਼ਨਸ ਜਿਹੜੇ ਆ ਪਰਫਾਰਮ ਕਰੇਗੀ। ਹੀ ਡਿਵੈਲਪਡ 14 ਇੰਪੋਰਟੈਂਟ ਪ੍ਰਿੰਸੀਪਲਸ ਆਫ ਮੈਨੇਜਮੈਂਟ। ਉਹਨਾਂ ਨੇ 14 ਪ੍ਰਿੰਸੀਪਲ ਸਾਨੂੰ ਜਿਹੜੇ ਹੈ ਦਿੱਤੇ ਆ, ਉਹ ਅਸੀਂ ਅੱਗੇ ਸਟੱਡੀ ਕਰਨੇ ਆ। ਜੋ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਨੇ ਬਿਜ਼ਨਸ ਐਕਟੀਵਿਟੀਜ਼ ਜਿਹੜੀਆਂ ਨੇ ਉਸ ਨੂੰ ਆਈਡੈਂਟੀਫਾਈ ਕਰ ਦਿੱਤਾ, ਅਲੱਗ-ਅਲੱਗ ਬਣਾ ਦਿੱਤੀਆਂ। ਉਹ ਕਿਹੜੀਆਂ-ਕਿਹੜੀਆਂ ਸੀ? ਇੱਕ ਟੈਕਨੀਕਲ ਐਕਟੀਵਿਟੀ, ਇੱਕ ਫਾਈਨੈਂਸ਼ੀਅਲ ਐਕਟੀਵਿਟੀ, ਇੱਕ ਕਮਰਸ਼ੀਅਲ ਐਕਟੀਵਿਟੀ ਲਾਈਕ ਬਾਇੰਗ ਐਂਡ ਸੈਲਿੰਗ, ਜਿਹੜੀ ਕਿ ਸੇਲ ਪਰਚੇਜ਼ ਦੇ ਨਾਲ ਰਿਲੇਟਡ ਐਕਟੀਵਿਟੀ ਸੀ, ਉਸ ਨੂੰ ਕਮਰਸ਼ੀਅਲ ਐਕਟੀਵਿਟੀ ਦਾ ਨਾਮ ਦਿੱਤਾ। ਇਸ ਤੋਂ ਬਿਨਾਂ ਉਹਨਾਂ ਨੇ ਇੱਕ ਸਿਕਿਉਰਿਟੀ ਐਕਟੀਵਿਟੀ ਬਣਾ ਦਿੱਤੀ, ਜਿਸ ਦਾ ਮੇਨ ਵਰਕ ਸੀ ਪ੍ਰੋਟੈਕਟ ਆਫ ਪ੍ਰੋਪਰਟੀ ਐਂਡ ਪਰਸਨਸ, ਕਿ ਤੁਸੀਂ ਆਪਣੇ ਪਰਸਨਸ ਨੂੰ ਅਤੇ ਆਪਣੀ ਜੋ ਪ੍ਰੋਪਰਟੀ ਹੈ ਉਸ ਨੂੰ ਕਿਵੇਂ ਪ੍ਰੋਟੈਕਸ਼ਨ ਪ੍ਰੋਵਾਈਡ ਕਰਨੀ ਹੈ, ਉਹਦੇ ਲਈ ਇੱਕ ਐਕਟੀਵਿਟੀ ਅਲੱਗ ਰੱਖ ਦਿੱਤੀ। ਇੱਕ ਉਹਨਾਂ ਨੇ ਅਕਾਊਂਟਿੰਗ ਐਕਟੀਵਿਟੀ ਸੁਜੈਸਟ ਕੀਤੀ ਅਤੇ ਇੱਕ ਮੈਨੇਜੀਰੀਅਲ ਐਕਟੀਵਿਟੀ ਜਿਹੜੀ ਹੈ ਸਾਨੂੰ ਸੁਜੈਸਟ ਕੀਤੀ। ਇਸ ਤੋਂ ਬਾਅਦ ਅਸੀਂ ਪ੍ਰਿੰਸੀਪਲਸ ਡਿਸਕਸ ਕਰਨੇ ਆ ਕਿ 14 ਪ੍ਰਿੰਸੀਪਲ ਜੋ ਹੈਨਰੀ ਫਿਊਲ ਨੇ ਪ੍ਰੋਵਾਈਡ ਕੀਤੇ ਉਹ ਕਿਹੜੇ-ਕਿਹੜੇ ਸੀ। ਫਸਟ ਪ੍ਰਿੰਸੀਪਲ ਵਾਜ਼ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ। ਦੇਖੋ ਬੜੇ ਇੰਪੋਰਟੈਂਟ ਪ੍ਰਿੰਸੀਪਲ ਹੈ ਇਹ। ਫਸਟ ਹੈ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ। ਸਪੈਸ਼ਲਾਈਜੇਸ਼ਨ ਵੀ ਅਸੀਂ ਇਸ ਨੂੰ ਬੋਲਦੇ ਹਾਂ। ਰਾਈਟ ਪਰਸਨ ਸ਼ੁੱਡ ਔਨ ਰਾਈਟ ਜੋਬ ਫॉर ਆਲ ਕਾਈਂਡ ਆਫ ਵਰਕ। ਹੁਣ ਸਪੈਸ਼ਲਾਈਜੇਸ਼ਨ ਦਾ ਕੀ ਮਤਲਬ ਹੋਇਆ ਕਿ ਜਿਸ ਕੰਮ ਦੇ ਉੱਪਰ ਅਸੀਂ ਕੋਈ ਬੰਦਾ ਰੱਖਣਾ ਹੈ ਦੈਟ ਮਸਟ ਬੀ ਕੀ ਹੋਣਾ ਚਾਹੀਦਾ? ਉਹ ਐਕਸਪਰਟ ਹੋਣਾ ਚਾਹੀਦਾ ਫॉर ਦੈਟ ਵਰਕ। ਇਹੀ ਇਹਨਾਂ ਨੇ ਡਿਵੀਜ਼ਨ ਕਰ ਦਿੱਤੀ ਕਿ ਕੰਮ ਦੀ ਵੰਡ ਕਰ ਦਿਓ ਔਰ ਵੰਡ ਇਸ ਤਰ੍ਹਾਂ ਕਰੋ ਕਿ ਰਾਈਟ ਪਰਸਨ ਸ਼ੁੱਡ ਬੀ ਔਨ ਰਾਈਟ ਜੋਬ ਹੋਵੇ। ਜਿਹੜਾ ਬੰਦਾ ਡਿਜ਼ਰਵ ਕਰਦਾ ਹੈ, ਜਿਸ ਨੂੰ ਨੌਲੇਜ ਹੈ ਉਸ ਕੰਮ ਦੀ, ਉਹੀ ਬੰਦਾ ਉਸ ਕੰਮ ਦੇ ਉੱਪਰ ਅਸੀਂ ਲਗਾਈਏ। ਕੋਈ ਹੋਰ ਪਰਸਨ ਜਿਹੜਾ ਕਿ not capable for that job, ਉਸ ਨੂੰ ਅਸੀਂ ਉਹ ਜੋਬ ਨਾ ਦਈਏ। ਠੀਕ ਹੈ ਜੀ। ਨੈਕਸਟ ਪ੍ਰਿੰਸੀਪਲ ਪ੍ਰੋਵਾਈਡ ਕੀਤਾ ਪ੍ਰਿੰਸੀਪਲ ਆਫ ਪੇਅਰਟੀ ਬਿਟਵੀਨ ਅਥੋਰਿਟੀ ਐਂਡ ਰਿਸਪੋਂਸਿਬਿਲਿਟੀ। ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਪੇਅਰਟੀ ਬਿਟਵੀਨ ਅਥੋਰਿਟੀ ਐਂਡ ਰਿਸਪੋਂਸਿਬਿਲਿਟੀ, ਇਹਦੇ ਅੰਦਰ ਇਹ ਦੇਖੋ ਆਬਜ਼ਰਵੇਸ਼ਨ ਆਈ ਕਿ ਜੋ ਪਰਸਨਸ ਨੇ ਉਹ ਅਥੋਰਿਟੀ ਲੈਣ ਦੇ ਲਈ ਤਾਂ ਅੱਗੇ ਆ ਜਾਂਦੇ ਆ, ਬਟ ਜਦੋਂ ਅਸੀਂ ਰਿਸਪੋਂਸਿਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਕੋਈ ਪਰਸਨ ਅੱਗੇ ਨਹੀਂ ਆਉਂਦਾ। ਤਾਂ ਉੱਥੇ ਸਾਨੂੰ ਕੀ ਕਰਨਾ ਚਾਹੀਦਾ? ਜਦੋਂ ਅਸੀਂ ਅਥੋਰਿਟੀ ਦੇ ਦਿੰਦੇ ਹਾਂ, ਨਾਲ ਅਸੀਂ ਐਡੀਕੁਏਟ ਰਿਸਪੋਂਸਿਬਿਲਿਟੀ ਨਹੀਂ ਦਿੰਦੇ ਕਿਸੇ ਨੂੰ, ਤਾਂ ਫਿਰ ਕੀ ਹੋਊਗਾ? ਉਹ ਪਰਸਨ ਆਪਣੀ ਉਸ ਅਥੋਰਿਟੀ ਦਾ ਮਿਸਯੂਜ਼ ਕਰੂਗਾ, ਕਿਉਂਕਿ ਉਹਦੇ ਕੋਲ ਰਿਸਪੋਂਸਿਬਿਲਿਟੀ ਤਾਂ ਹੈ ਹੀ ਨਹੀਂ, ਅਸੀਂ ਉਸ ਨੂੰ ਅਥੋਰਿਟੀ ਦੇ ਦਿੱਤੀ ਇਕੱਲੀ। ਕੰਪੀਟੈਂਟ ਪਰਸਨ ਸ਼ੁੱਡ ਪ੍ਰੋਵਾਈਡ ਵਿਦ ਐਡੀਕੁਏਟ ਅਥੋਰਿਟੀ। ਕੰਪੀਟੈਂਟ ਪਰਸਨ, ਪਹਿਲਾਂ ਤਾਂ ਹਰ ਇੱਕ ਪਰਸਨ ਨੂੰ ਅਥੋਰਿਟੀ ਨਹੀਂ ਦੇਣੀ। ਕੰਪੀਟੈਂਟ ਪਰਸਨ, ਜਿਸ ਪਰਸਨ ਨੂੰ ਉਸ ਅਥੋਰਿਟੀ ਦੀ ਜ਼ਰੂਰਤ ਵੀ ਹੈ ਔਰ ਜੋ ਡਿਜ਼ਰਵ ਕਰਦਾ ਹੈ ਉਸ ਅਥੋਰਿਟੀ ਦੇ ਲਈ, ਉਸ ਨੂੰ ਅਥੋਰਿਟੀ ਪ੍ਰੋਵਾਈਡ ਕਰਨੀ ਹੈ, ਬਟ ਵਿਦ ਐਡੀਕੁਏਟ ਰਿਸਪੋਂਸਿਬਿਲਿਟੀ ਆਲਸੋ, ਅਤੇ ਨਾਲ ਉਸ ਦੇ ਇੱਕ ਰਿਸਪੋਂਸਿਬਿਲਿਟੀ ਵੀ ਦੇਣੀ ਹੈ।
ਜਿਵੇਂ ਅਸੀਂ ਕਹਿ ਦਈਏ ਕਿਸੇ ਪਰਸਨ ਨੂੰ ਅਸੀਂ 40 ਬੰਦਿਆਂ ਦੀ ਟੀਮ ਫੜਾ ਦਿੱਤੀ ਕਿ ਤੂੰ ਇਹਨਾਂ 40 ਬੰਦਿਆਂ ਦਾ ਬੌਸ ਹੈ। ਹੁਣ ਉਹ ਕੀ ਕਰੇਗਾ, ਉਹ 40 ਬੰਦਿਆਂ ਦੇ ਉੱਪਰ ਹੁਕਮ ਚਲਾਊਗਾ ਆਪਣਾ। ਹੁਣ ਦੇਖੋ ਅਗਰ ਅਸੀਂ ਉਸ ਨੂੰ ਕੋਈ ਵੀ ਰਿਸਪੌਂਸਿਬਿਲਟੀ ਨਹੀਂ ਦਿੱਤੀ ਤਾਂ ਉਹ 40 ਬੰਦਿਆਂ ਤੋਂ ਚਾਹੇ ਆਰਗੇਨਾਈਜੇਸ਼ਨ ਦਾ ਕੰਮ ਕਰਾਵੇ, ਚਾਹੇ ਆਪਣੇ ਘਰ ਦੇ ਕੰਮ ਕਰਾਉਂਦਾ ਫਿਰੀ ਜਾਵੇ, ਕਿਉਂਕਿ ਉਹ ਜਵਾਬ ਦੇ ਤਾਂ ਹੈ ਨਹੀਂ ਕਿਸੇ ਨੂੰ। ਲੇਕਿਨ ਅਗਰ ਅਸੀਂ ਉਸ ਨੂੰ ਰਿਸਪੌਂਸਿਬਿਲਟੀ ਦਿੰਦੇ ਹਾਂ ਕਿ 40 ਬੰਦੇ ਤੈਨੂੰ ਦਿੱਤੇ ਆ, ਅਗਰ ਤੂੰ ਇੰਨਾ ਲੈਵਲ ਆਫ ਪ੍ਰੋਡਕਸ਼ਨ ਨਾ ਹੋਇਆ ਜਾਂ ਇੰਨੀ ਸੇਲ ਨਹੀਂ ਹੋਈ ਤਾਂ ਫਿਰ ਯੂ ਵਿਲ ਬੀ ਦਾ ਰਿਸਪੌਂਸਿਬਲ। ਅਗਰ ਇਸ ਤਰ੍ਹਾਂ ਨਹੀਂ ਹੋਊਗਾ ਤਾਂ ਉਹ ਅਥਾਰਟੀ ਦਾ ਮਿਸਯੂਜ਼ ਕਰ ਸਕਦਾ। ਲੇਕਿਨ ਜਦੋਂ ਅਸੀਂ ਉਸ ਨੂੰ ਨਾਲ ਰਿਸਪੌਂਸਿਬਿਲਟੀ ਦਿੱਤੀ ਤਾਂ ਫਿਰ ਕੀ ਹੋਊਗਾ, ਟੂ ਅਵੋਇਡ ਦਾ ਮਿਸਯੂਜ਼ ਆਫ ਅਥਾਰਟੀ। ਤਾਂ ਫਿਰ ਇਹਦੇ ਨਾਲ ਜੋ ਅਥਾਰਟੀ ਦਾ ਮਿਸਯੂਜ਼ ਹੈ ਉਹ ਬੰਦ ਹੋ ਜਾਏਗਾ। ਦੇਖੋ ਹਜੇ ਤੱਕ ਆਪਾਂ ਨੂੰ ਦੋਨੋਂ ਪ੍ਰਿੰਸੀਪਲਸ ਤੋਂ ਕੀ ਫ਼ਾਇਦਾ ਮਿਲਦਾ ਹੈ। ਸਪੈਸ਼ਲਾਈਜੇਸ਼ਨ ਦੇ ਨਾਲ ਕੀ ਹੋ ਜਾਂਦਾ ਹੈ ਕਿ ਇੱਕ ਪਰਸਨ ਜੋ ਕਿ ਆਪਣੀ ਰਾਈਟ ਜੌਬ ਦੇ ਉੱਪਰ ਹੈ, ਉਸ ਦਾ ਇੰਟਰਸਟ ਉਹਦੇ ਵਿੱਚ ਹੈ, ਉਹਦੀ ਨੌਲੇਜ ਉਹਦੇ ਨਾਲ ਹੈ, ਤਾਂ ਉਸ ਕੰਮ ਨੂੰ ਆਸਾਨ ਬਣਾ ਲੈਂਦਾ ਹੈ, ਸ਼ਾਰਟਕਟ ਕੱਢ ਲੈਂਦਾ ਹੈ, ਉਸ ਕੰਮ ਦੇ ਵਿੱਚ ਵੇਸਟੇਜ ਘੱਟ ਜਾਂਦੀ ਹੈ, ਠੀਕ ਹੈ, ਉਸ ਕੰਮ ਨੂੰ ਹੋਰ ਜ਼ਿਆਦਾ ਉਹ ਫਾਸਟ ਕਰ ਲੈਂਦਾ। ਸੋ ਜੇਕਰ ਅਸੀਂ ਕੀ ਕਰਦੇ ਹਾਂ, ਅਥਾਰਟੀ ਰਿਸਪੌਂਸਿਬਿਲਟੀ ਦੇ ਵਿੱਚ ਪਿਓਰਟੀ ਲੈ ਕੇ ਆਉਂਦੇ ਹਾਂ ਤਾਂ ਜਿਹੜਾ ਬੰਦਾ ਕੰਪੀਟੈਂਟ ਹੈ ਉਸ ਨੂੰ ਅਥਾਰਟੀ ਮਿਲਦੀ ਹੈ। ਇਟ ਮੀਨਸ ਉਸਦਾ ਮੋਟੀਵੇਸ਼ਨ ਲੈਵਲ ਹਾਈ ਹੋ ਜਾਂਦਾ ਹੈ ਅਤੇ ਨਾਲ ਹੀ ਉਸ ਨੂੰ ਰਿਸਪੌਂਸਿਬਿਲਟੀ ਮਿਲੀ ਹੈ ਤਾਂ ਉਸ ਦਾ ਮਿਸਯੂਜ਼ ਬੰਦ ਹੋ ਜਾਂਦਾ ਹੈ। ਠੀਕ ਹੈ ਜੀ। ਥਰਡ ਪ੍ਰਿੰਸੀਪਲ ਹੈ ਸਾਡਾ ਪ੍ਰਿੰਸੀਪਲ ਆਫ ਡਿਸਿਪਲਿਨ। ਹੁਣ ਦੇਖੋ ਸਾਨੂੰ ਇਹ ਪਤਾ ਹੈ ਕਿ ਡਿਸਿਪਲਿਨ ਤੋਂ ਬਿਨਾਂ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈ ਆਪਣੇ ਟਾਰਗੇਟਸ ਨੂੰ ਅਚੀਵ ਨਹੀਂ ਕਰ ਸਕਦੀ। So discipline is the most important factor. There must be established good supervision। और ਇਹ ਕਿੱਥੋਂ ਆਊਗਾ ਡਿਸਿਪਲਿਨ, ਜਿਹਦੇ ਅਸੀਂ ਅੱਛੀ ਸੁਪਰਵਿਜ਼ਨ ਜਿਹੜੀ ਹੈ ਉਹ ਐਸਟੈਬਲਿਸ਼ ਕਰ ਲਾਂਗੇ at all level। Clarity of rules and build a system of reward and punishment to maintain discipline at all level। ਦੇਖੋ ਇੱਥੇ ਸਾਨੂੰ ਕੀ ਕਰਨਾ ਪੈਣਾ ਹੈ, ਜੇਕਰ ਅਸੀਂ ਡਿਸਿਪਲਿਨ ਜਿਹੜਾ ਹੈ ਉਸ ਨੂੰ ਐਸਟੈਬਲਿਸ਼ ਕਰਨਾ ਹੈ ਦੈਨ ਸਾਨੂੰ ਕਲੀਅਰਿਟੀ ਆਫ ਰੂਲਸ ਪਹਿਲਾਂ ਤਾਂ ਕਰਵਾਉਣੀ ਪਊਗੀ। ਸਾਰੀ ਆਰਗੇਨਾਈਜੇਸ਼ਨ ਦੇ ਅੰਡਰ ਜੋ ਵੀ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਹੈ ਸਾਰਿਆਂ ਨੂੰ ਉਹ ਕਲੀਅਰ ਹੋਣੇ ਚਾਹੀਦੇ ਆ। ਇੱਕ ਸਿਸਟਮ ਅਸੀਂ ਬਿਲਡਅਪ ਕਰਨਾ ਹੈ ਰਿਵਾਰਡ ਐਂਡ ਪਨਿਸ਼ਮੈਂਟ ਦਾ। ਦੇਖੋ ਜਦੋਂ ਰਿਵਾਰਡ ਅਸੀਂ ਐਸਟੈਬਲਿਸ਼ ਕਰ ਦਿੱਤੇ, ਜਿਹੜਾ ਬੰਦਾ ਅੱਛਾ ਪਰਫਾਰਮ ਕਰੂਗਾ ਉਸ ਨੂੰ ਅੱਛਾ ਰਿਵਾਰਡ ਵੀ ਮਿਲੇਗਾ ਤਾਂ ਉਹ ਮੋਟੀਵੇਟ ਰਹੇਗਾ ਔਰ ਕੰਮ ਕਰਨ ਲਈ ਅੱਗੇ ਆਊਗਾ, ਇਨੀਸ਼ੀਏਟ ਲਊਗਾ। ਔਰ ਜੇਕਰ ਉਹ ਕੰਮ ਨੂੰ ਜਾਣਬੁੱਝ ਕੇ ਖਰਾਬ ਕਰੇਗਾ ਤਾਂ ਉਸ ਦੇ ਲਈ ਕੀ ਹੈ, ਇੱਕ ਪਨਿਸ਼ਮੈਂਟ ਵੀ ਹੈ। ਸੋ ਇਸ ਦੇ ਨਾਲ ਕੀ ਹੈ, ਸਾਡਾ ਸਾਰੇ ਲੈਵਲ ਦੇ ਉੱਪਰ ਜੋ ਡਿਸਿਪਲਿਨ ਹੈ ਉਹ ਮੇਨਟੇਨ ਹੋ ਜਾਂਦਾ ਹੈ। ਡਿਸਿਪਲਿਨ ਮੇਨਟੇਨ ਹੋਣ ਦੇ ਸਾਨੂੰ ਬਹੁਤ ਫਾਇਦੇ ਆ। ਕੋਸਟ ਘੱਟ ਜਾਂਦੀ ਆ ਸਾਡੇ ਅਗਰ ਕੋਸਟ ਘੱਟ ਗਈ ਸਾਡੇ ਪ੍ਰੋਫਿਟ ਵੱਧ ਜਾਣਗੇ, ਸਾਡਾ ਕੰਮ ਜਿਹੜਾ ਹੈ ਉਹ ਟਾਈਮ ਸਿਰ ਹੋਣ ਲੱਗ ਜਾਏਗਾ ਔਰ ਕੋਆਰਡੀਨੇਸ਼ਨ ਕੋਆਪਰੇਸ਼ਨ ਜਿਹੜਾ ਹੈ ਵਰਕਰਸ ਦੇ ਵਿਚਕਾਰ ਉਹ ਐਸਟੈਬਲਿਸ਼ ਹੋ ਜਾਏਗਾ ਔਰ ਜੋ ਰਿਲੇਸ਼ਨਸ ਹੈ ਮੈਨੇਜਰ ਅਤੇ ਵਰਕਰ ਦੇ ਵਿਚਕਾਰ ਉਹ ਵੀ ਸਾਊਂਡ ਹੋ ਜਾਣਗੇ, ਅੱਛੇ ਹੋ ਜਾਣਗੇ। ਨੈਕਸਟ ਹੈ ਸਾਡੇ ਕੋਲ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ। ਬਹੁਤ ਇੰਪੋਰਟੈਂਟ ਪ੍ਰਿੰਸੀਪਲ ਹੈ ਇਹ। ਕਮਾਂਡ ਮਤਲਬ ਕਿ ਵਨ ਬੌਸ ਫॉर ਅ ਟੀਮ ਐਂਡ ਫॉर ਵਨ ਆਰਡਰ। ਹੁਣ ਦੇਖੋ ਇਸ ਦੇ ਅੰਦਰ ਸਾਡਾ ਕੀ ਨਿਚੋੜ ਨਿਕਲਦਾ ਹੈ। ਵਨ ਬੌਸ, ਇੱਕ ਟੀਮ ਦਾ ਇੱਕ ਬੌਸ ਹੋਣਾ ਚਾਹੀਦਾ। ਫॉर ਅ ਟੀਮ, ਇੱਕ ਟੀਮ ਦੇ ਲਈ ਇੱਕ ਬੌਸ ਐਂਡ ਵਨ ਆਰਡਰ ਹੋਣਾ ਚਾਹੀਦਾ ਜਿਸ ਨੂੰ ਕਿ ਟੀਮ ਫੋਲੋ ਕਰੇਗੀ। ਇਸੇ ਕਰਕੇ ਅਸੀਂ ਇਸ ਨੂੰ ਯੂਨਿਟੀ ਇਕਾਗਰਤਾ ਮੰਨਦੇ ਹਾਂ। ਕਿਸ ਚੀਜ਼ ਦੀ? ਆਫ ਕਮਾਂਡ। ਕਮਾਂਡ ਕੀ ਹੁੰਦੀ ਆ? ਆਰਡਰ। ਕਿ ਇੱਕ ਆਰਡਰ ਹੀ ਹੋਣਾ ਚਾਹੀਦਾ। ਆਰਡਰ ਇੱਕ ਕਿਵੇਂ ਹੋਊਗਾ? ਅਗਰ ਬੌਸ ਇੱਕ ਹੋਊਗਾ। ਅਗਰ ਬੌਸ ਇੱਕ ਤੋਂ ਜ਼ਿਆਦਾ ਹੋਣਗੇ ਤਾਂ ਕਨਫਲਿਕਸ਼ਨਸ ਪੈਦਾ ਹੋਣਗੀਆਂ, ਵਰਕਰਸ ਜਿਹੜੇ ਹੈ ਟਾਈਮਲੀ ਕੰਮ ਨੂੰ ਕੰਪਲੀਟ ਨਹੀਂ ਕਰ ਪਾਉਣਗੇ। ਨੈਕਸਟ ਹੈ ਪ੍ਰਿੰਸੀਪਲ ਆਫ ਯੂਨਿਟੀ ਆਫ ਡਾਇਰੈਕਸ਼ਨ। ਹੁਣ ਦੇਖੋ ਜੇਕਰ ਸਾਡਾ ਬੌਸ ਇੱਕ ਸੀ, ਸਾਨੂੰ ਆਰਡਰ ਇੱਕ ਮਿਲਿਆ ਤਾਂ ਸਾਡੇ ਕੰਮ ਕਰਨ ਦੀ ਡਾਇਰੈਕਸ਼ਨ ਵੀ ਕੀ ਹੋਣੀ ਚਾਹੀਦੀ ਆ? ਉਹ ਵੀ ਇੱਕ ਹੀ ਹੋਊਗੀ। ਦੇਖੋ ਜੇ ਡਾਇਰੈਕਟਰ ਇੱਕ ਹੈ ਤਾਂ ਉਹ ਡਾਇਰੈਕਸ਼ਨ ਵੀ ਇੱਕੋ ਹੀ ਪ੍ਰੋਵਾਈਡ ਕਰੂਗਾ ਤਾਂ ਉਹ ਡਾਇਰੈਕਸ਼ਨ ਜਿਹੜੀ ਹੈ ਪੂਰੀ ਟੀਮ ਉਸ ਨੂੰ ਫੋਲੋ ਕਰਦੀ ਹੈ। ਇਹੀ ਅਸੀਂ ਪਹਿਲਾਂ ਇੱਕ ਟੀਮ ਦੀ ਗੱਲ ਕੀਤੀ ਸੀ। ਜਦੋਂ ਇੱਕ ਟੀਮ ਗਰਾਊਂਡ ਦੇ ਵਿੱਚ ਖੇਲਦੀ ਹੈ, ਅਗਰ ਕੈਪਟਨ ਉਹਨਾਂ ਦਾ ਇੱਕ ਹੈ, ਉਹਦੀ ਕਮਾਂਡ ਇੱਕ ਹੈ ਤਾਂ ਸਾਰੀ ਟੀਮ ਦੀ ਜੋ ਕੰਮ ਕਰਨ ਦੀ ਡਾਇਰੈਕਸ਼ਨ ਹੋਏਗੀ ਉਹ ਵੀ ਉਸ ਇੱਕ ਆਰਡਰ ਦੀ ਤਰਫ ਹੀ ਹੋਊਗੀ, ਉਸ ਨੂੰ ਅਚੀਵ ਕਰਨ ਦੇ ਲਈ ਹੋਏਗੀ। ਦੇਅਰ ਸ਼ੁੱਡ ਬੀ ਅ ਕਾਮਨ ਗੋਲ। ਦੇਖੋ ਇਹ ਕਾਮਨ ਗੋਲ ਕਿੱਥੋਂ ਆਇਆ? ਇਹ ਸਾਡੇ ਇਸ ਵਨ ਆਰਡਰ ਤੋਂ ਆਇਆ। ਇੱਕ ਕਾਮਨ ਗੋਲ ਹੋਣਾ ਚਾਹੀਦਾ ਆਫ ਅ ਗਰੁੱਪ ਆਫ ਇੰਪਲੋਈਜ਼ ਦਾ
ਲਾਈਕ ਅ ਫੁੱਟਬਾਲ ਟੀਮ, ਜਿਵੇਂ ਇੱਕ ਫੁੱਟਬਾਲ ਟੀਮ ਪਲੇਇੰਗ ਕਰਦੀ ਹੈ ਨੇ ਗਰਾਊਂਡ, ਉਹਨਾਂ ਦਾ ਇੱਕ ਹੀ ਆਰਡਰ ਹੁੰਦਾ, ਇੱਕ ਹੀ ਟਾਰਗੇਟ ਹੁੰਦਾ ਜਿਸ ਨੂੰ ਕਿ ਪੂਰੀ ਦੀ ਪੂਰੀ ਟੀਮ ਜਿਹੜੀ ਹੈ ਅਚੀਵ ਕਰਨ ਦੇ ਲਈ ਲੱਗੀ ਹੁੰਦੀ ਹੈ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਸਾਡਾ ਸਬੋਰਡੀਨੇਸ਼ਨ ਆਫ ਇੰਡੀਵਿਜੂਅਲ ਇੰਟਰਸਟ ਟੂ ਜਨਰਲ ਇੰਟਰਸਟ। ਦੇਖੋ ਇਹ ਵੀ ਇੰਪੋਰਟੈਂਟ ਪੁਆਇੰਟ ਹੈ ਕਿ ਇਹ ਮੈਨੇਜਰ ਦੀ ਇੱਕ ਐਬਿਲਿਟੀ ਹੈ, ਉਹਦੀ ਇੱਕ ਕੁਆਲਿਟੀ ਹੈ, ਉਹਦੀ ਕਲਾ ਹੈ, ਆਰਟ ਹੈ ਕਿ ਉਸਨੇ ਕੀ ਕਰਨਾ ਹੈ, ਸਬੋਰਡੀਨੇਸ਼ਨ ਕਰਨੀ ਹੈ ਕਿਸ ਚੀਜ਼ ਦੀ, ਇੰਡੀਵਿਜੂਅਲ ਇੰਟਰਸਟ ਟੂ ਜਨਰਲ ਇੰਟਰਸਟ। ਮਤਲਬ ਉਸਨੇ ਜੋ ਇੰਟਰਸਟ ਹੈ ਵਰਕਰ ਦਾ ਉਹ ਕੀ ਹੈ, ਪਰਸਨਲ ਇੰਟਰਸਟ ਹੈ ਉਸਦਾ, ਇੰਡੀਵਿਜੂਅਲ ਇੰਟਰਸਟ ਹੈ ਜਦੋਂ ਆਰਗੇਨਾਈਜੇਸ਼ਨ 'ਚ ਆਇਆ ਸੀ। ਲੇਕਿਨ ਮੈਨੇਜਰ ਨੇ ਕੀ ਕਰਨਾ ਹੈ, ਆਪਣੀ ਆਰਟ ਦੇ ਨਾਲ ਉਸ ਇੰਡੀਵਿਜੂਅਲ ਇੰਟਰਸਟ ਨੂੰ ਸ਼ਿਫਟ ਕਰ ਦੇਣਾ ਹੈ ਜਨਰਲ ਇੰਟਰਸਟ ਦੇ ਅੰਦਰ। ਜਨਰਲ ਇੰਟਰਸਟ ਕੀ ਹੈ, ਉਹ ਇੱਕ ਆਰਗੇਨਾਈਜੇਸ਼ਨ ਦਾ ਕਾਮਨ ਗੋਲ ਹੋ ਸਕਦਾ, ਕਾਮਨ ਟਾਰਗੇਟ ਹੈ ਜਿਸ ਨੂੰ ਕਿ ਪੂਰੇ ਦੇ ਪੂਰੇ ਵਰਕਰਸ ਨੇ ਮਿਲ ਕੇ ਅਚੀਵ ਕਰਨਾ ਹੈ। ਸੋ ਇਹ ਸਾਰਾ ਕੁਝ ਕਿਵੇਂ ਹੋਊਗਾ, ਮੇਕ your worker realize toward the goal of organization and direct their action toward the achievement of such goal। ਦੇਖੋ ਪਹਿਲਾਂ ਅਸੀਂ ਕਰਨਾ ਕੀ ਹੈ, ਵਰਕਰ ਨੂੰ ਰਿਅਲਾਈਜ਼ ਕਰਾਣੇ ਆ ਆਰਗੇਨਾਈਜੇਸ਼ਨ ਦੇ ਗੋਲਸ ਤੇ ਉਸ ਨੂੰ ਇਸ ਤਰੀਕੇ ਨਾਲ ਮੋਟੀਵੇਟ ਕਰਨਾ ਹੈ, ਉਸ ਨੂੰ ਚਾਰਜ ਕਰਨਾ ਹੈ ਕਿ ਉਹ ਆਪਣੇ ਜੋ ਐਕਸ਼ਨਸ ਨੇ ਉਸ ਨੂੰ ਉਸ ਆਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ ਦੇ ਲਈ ਹੀ ਯੂਜ਼ ਕਰੇ। ਇਹ ਨਾ ਹੋਵੇ ਕਿ ਉਹ ਆਪਣੇ ਪਰਸਨਲ ਟਾਰਗੇਟ ਦੇ ਪਿੱਛੇ ਪਿਆ ਹੋਇਆ ਕਿ ਮੈਂ ਤਾਂ ਪ੍ਰਮੋਸ਼ਨ ਲੈਣੀ ਹੈ, ਮੈਂ ਆਰਗੇਨਾਈਜੇਸ਼ਨ ਤੋਂ ਕੀ ਲੈਣਾ ਹੈ। ਉਸ ਨੂੰ ਇਹ ਚੀਜ਼ ਅਹਿਸਾਸ ਕਰਾਉਣਾ ਜ਼ਰੂਰੀ ਹੈ ਕਿ ਹੀ ਇਜ਼ ਦ ਪਾਰਟ ਆਫ ਆਰਗੇਨਾਈਜੇਸ਼ਨ ਐਂਡ ਆਰਗੇਨਾਈਜੇਸ਼ਨ ਇਜ਼ ਪਾਰਟ ਆਫ ਦ ਵਰਕਰਸ। ਅਗਰ ਆਰਗੇਨਾਈਜੇਸ਼ਨ ਹੈ ਤਾਂ ਵਰਕਰ ਨੇ, ਅਗਰ ਵਰਕਰ ਹੈ ਤਾਂ ਆਰਗੇਨਾਈਜੇਸ਼ਨ ਹੈ, ਕਿ ਉਹ ਦੋਨੋਂ ਹੀ ਇੱਕ ਦੂਜੇ ਦੇ ਇੰਟੈਗਰਲ ਪਾਰਟਸ ਨੇ, ਦੋਨਾਂ ਨੂੰ ਇੱਕ ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਹਦੇ ਪਰਸਨਲ ਗੋਲਸ ਨੂੰ ਗਰੁੱਪ ਗੋਲ ਦੇ ਅੰਦਰ ਜੋ ਕਨਵਰਟ ਕਰਨਾ ਹੈ ਉਹ ਇੱਕ ਵਰਕਰ ਜਿਹੜਾ ਹੈ ਉਹ ਜ਼ਰੂਰੀ ਹੈ ਉਸ ਦੇ ਲਈ। ਔਰ ਇਹ ਸਾਰੀ ਦੀ ਸਾਰੀ ਕਿਵੇਂ ਹੋਊਗਾ, ਇਹ ਮੈਨੇਜਰ ਦੀ ਆਰਟ ਹੈ ਕਿ ਉਹ ਕਿਵੇਂ ਇਸ ਨੂੰ ਕਨਵਰਟ ਜਿਹੜਾ ਹੈ ਉਹ ਕਰਦਾ ਹੈ। ਨੈਕਸਟ ਪ੍ਰਿੰਸੀਪਲ ਹੈ ਸਾਡਾ ਪ੍ਰਿੰਸੀਪਲ ਆਫ ਫੇਅਰ ਰੈਮੂਨਰੇਸ਼ਨ ਟੂ ਦ ਵਰਕਰਸ ਐਜ਼ ਪਰ देयर ਐਬਿਲਿਟੀ। ਦੇਖੋ ਪ੍ਰਿੰਸੀਪਲ ਆਫ ਫੇਅਰ ਰੈਮੂਨਰੇਸ਼ਨ ਮਤਲਬ ਕਿ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਸਹੀ ਹੋਣੀ ਚਾਹੀਦੀ ਹੈ, ਫੇਅਰ ਹੋਣੀ ਚਾਹੀਦੀ ਹੈ। ਹੁਣ ਇਹ ਕਿਵੇਂ ਹੋਊਗੀ, ਸਾਰਿਆਂ ਨੂੰ ਇੱਕ ਜੈਸੀ ਸੈਲਰੀ ਜਿਹੜੀ ਹੈ ਉਹ ਨਹੀਂ ਰੱਖਣੀ। ਨਾਲ ਅਸੀਂ ਕੀ ਲਿਖਿਆ, ਐਜ਼ ਪਰ देयर ਐਬਿਲਿਟੀ, ਕਿ ਜਿਸ ਤਰ੍ਹਾਂ ਦੀ ਕਿਸੇ ਵਰਕਰ ਦੀ ਐਬਿਲਿਟੀ ਹੁੰਦੀ ਹੈ ਉਸੇ ਤਰ੍ਹਾਂ ਦਾ ਉਹਦਾ ਸੈਲਰੀ ਪੈਕੇਜ ਜਿਹੜਾ ਹੈ ਉਹ ਹੋਣਾ ਚਾਹੀਦਾ। ਜਿੰਨਾ ਜ਼ਿਆਦਾ ਐਕਸਪਰਟ ਹੈ, ਜਿੰਨਾ ਜ਼ਿਆਦਾ ਐਫੀਸ਼ੀਐਂਟ ਹੈ, ਉਸ ਨੂੰ ਉਨੀ ਹੀ ਜ਼ਿਆਦਾ ਪੇ ਮਿਲਣੀ ਚਾਹੀਦੀ ਹੈ। ਔਰ ਜਿੰਨਾ ਹੀ ਜ਼ਿਆਦਾ ਉਹ ਨਵਾਂ ਹੈ, ਇਹ ਨਹੀਂ ਕਿ ਉਸ ਨੂੰ ਉਨੀ ਘੱਟ ਰੱਖੋ, ਉਸ ਦੀ ਵੀ ਪੇ ਬੈਂਡ ਜਿਹੜਾ ਹੈ ਉਹ ਪਹਿਲਾਂ ਤੋਂ ਇੱਕ ਫਿਕਸ ਹੋਣਾ ਚਾਹੀਦਾ। ਠੀਕ ਹੈ ਜੀ। ਇਸ ਦੇ ਨਾਲ ਕੀ ਹੁੰਦਾ ਹੈ ਕਿ ਵਰਕਰ ਜਿਹੜੇ ਹੈ ਉਹ ਮੋਟੀਵੇਟ ਰਹਿੰਦੇ ਆ। ਔਰ ਅਸੀਂ ਕੀ ਆ, ਗਧਾ ਘੋੜਾ ਇੱਕ ਬਰਾਬਰ ਨਹੀਂ ਕਰ ਸਕਦੇ। ਗਧਾ ਘੋੜਾ ਦਾ ਮਤਲਬ ਕਿ ਇੱਕ ਵਰਕਰ ਜੋ ਕਿ ਕੰਮ ਨੂੰ ਖਰਾਬ ਕਰ ਰਿਹਾ ਉਹ ਵੀ ਬਰਾਬਰ ਪੇ ਲੈ ਰਿਹਾ, ਔਰ ਜੋ ਬਹੁਤ ਅੱਛਾ ਕੰਮ ਕਰ ਰਿਹਾ ਉਹ ਵੀ ਬਰਾਬਰ ਪੇ ਲੈ ਰਿਹਾ, ਤਾਂ ਫਿਰ ਫਾਇਦਾ ਕੀ ਹੋਇਆ। ਤਾਂ ਜਿਹੜਾ ਬਹੁਤ ਅੱਛਾ ਕੰਮ ਕਰ ਰਿਹਾ ਉਹ ਡੀਮੋਰਲਾਈਜ਼ ਹੋ ਜਾਊਗਾ, ਉਹ ਡੀਮੋਟੀਵੇਟਡ ਹੋ ਜਾਏਗਾ। ਸੋ ਇਸ ਕਰਕੇ ਸਾਨੂੰ ਕੀ ਕਰਨਾ ਪਊਗਾ, ਐਜ਼ ਪਰ देयर ਐਬਿਲਿਟੀ ਸਾਨੂੰ ਇੱਕ ਰੈਮੂਨਰੇਸ਼ਨ ਲੈਵਲ ਜਿਹੜਾ ਹੈ ਉਹ ਵੀ ਸੈੱਟ ਕਰਨਾ ਪਏਗਾ। ਨੈਕਸਟ ਪੁਆਇੰਟ ਹੈ ਪ੍ਰਿੰਸੀਪਲ ਆਫ ਇਫੈਕਟਿਵ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ। ਦੇਖੋ ਇਹਨਾਂ ਦਾ ਮੀਨਿੰਗ ਸਮਝ ਲਈਏ ਪਹਿਲਾਂ ਆਪਾਂ ਕਿ ਸੈਂਟਰਲਾਈਜੇਸ਼ਨ ਤੇ ਡੀਸੈਂਟਰਲਾਈਜੇਸ਼ਨ ਹੈ ਕੀ। ਸੈਂਟਰਲਾਈਜੇਸ਼ਨ ਦਾ ਮਤਲਬ ਹੈ ਕਿ ਸਾਰੇ ਦੇ ਸਾਰੇ ਡਿਸੀਜ਼ਨ ਇੱਕ ਪਰਸਨ ਦੇ ਹੱਥ 'ਚ ਸੈਂਟਰਲਾਈਜ਼ ਹੋ ਜਾਣੇ। ਮਤਲਬ ਕਿ ਡਿਸੀਜ਼ਨ ਇੱਕ ਹੀ ਬੰਦਾ ਲਊਗਾ, ਆਰਗੇਨਾਈਜੇਸ਼ਨ ਜਿੱਡੀ ਮਰਜ਼ੀ ਵੱਡੀ ਹੋਵੇ। ਲੇਕਿਨ ਜੋ ਸੈਂਟਰਲਾਈਜੇਸ਼ਨ ਹੈ ਜ਼ਿਆਦਾ ਛੋਟੇ ਬਿਜ਼ਨਸਿਸ ਦੇ ਅੰਦਰ ਕੀਤੀ ਜਾਂਦੀ ਹੈ। ਸੋਲ ਪ੍ਰੋਪਰਾਈਟਰ ਇਜ਼ ਅ ਗੁੱਡ ਐਗਜ਼ਾਮਪਲ ਆਫ ਸੈਂਟਰਲਾਈਜੇਸ਼ਨ, ਕਿ ਸੋਲ ਪ੍ਰੋਪਰਾਈਟਰਸ਼ਿਪ ਦੇ ਅੰਦਰ ਇੱਕ ਹੀ ਮਾਲਕ ਹੁੰਦਾ ਹੈ, ਉਹੀ ਆਪਣੇ ਬਿਜ਼ਨਸ ਦੇ ਸਾਰੇ ਡਿਸੀਜ਼ਨ ਲੈਂਦਾ। ਸੋ ਉੱਥੇ ਅਸੀਂ ਸੈਂਟਰਲਾਈਜੇਸ਼ਨ ਕਹਿੰਦੇ ਹਾਂ। ਡੀਸੈਂਟਰਲਾਈਜੇਸ਼ਨ ਕੀ ਹੁੰਦੀ ਹੈ, ਜਿੱਥੇ ਕਿ ਡਿਸੀਜ਼ਨ ਲੈਣ ਵਾਲੇ ਪਰਸਨ ਇੱਕ ਤੋਂ ਜ਼ਿਆਦਾ ਹੁੰਦੇ ਆ। ਪਾਰਟਨਰਸ਼ਿਪ ਇਜ਼ ਅ ਗੁੱਡ ਐਗਜ਼ਾਮਪਲ ਆਫ ਡੀਸੈਂਟਰਲਾਈਜੇਸ਼ਨ, ਕਿਉਂਕਿ ਪਾਰਟਨਰਸ਼ਿਪ ਦੇ ਅੰਦਰ ਕੀ ਹੈ, ਡਿਫਰੈਂਟ ਪਾਰਟਨਰਸ ਹੋ ਗਏ। ਜਿੰਨੇ ਜ਼ਿਆਦਾ ਪਾਰਟਨਰ ਹੋਣਗੇ ਡਿਸੀਜ਼ਨ ਮੇਕਿੰਗ ਸਾਰੇ ਜਾਣੇ ਇਕੱਠੇ ਮਿਲ ਕੇ ਡਿਸੀਜ਼ਨ ਲੈਂਦੇ ਆ, ਕੋਈ ਇੱਕ ਪਰਸਨ ਨਹੀਂ ਲੈਂਦਾ। ਸੋ ਇਸੇ ਤਰ੍ਹਾਂ ਅਸੀਂ ਕੀ ਕਰਨਾ ਹੈ, ਆਰਗੇਨਾਈਜੇਸ਼ਨ ਦੇ ਅੰਦਰ ਇਫੈਕਟਿਵ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ ਜਿਹੜੀ ਹੈ ਉਹ ਅਸੀਂ ਕਾਇਮ ਕਰਨੀ ਹੈ, ਉਹ ਬਣਾਉਣੀ ਹੈ। ਸੈਂਟਰਲਾਈਜੇਸ਼ਨ ਤੇ ਡੀਸੈਂਟਰਲਾਈਜੇਸ਼ਨ ਕਿਵੇਂ ਕੀਤੀ ਜਾਊਗੀ, ਦੇਖੋ ਇਹ ਵੀ ਕੰਮਾਂ ਦੇ ਉੱਪਰ ਡਿਪੈਂਡ ਕਰਕੇ ਜਿਹੜਾ ਡਿਸੀਜ਼ਨ ਲਿਆ ਜਾਊਗਾ ਕਿ ਕੰਮ ਕਿੰਨੀ ਕੁ ਇੰਪੋਰਟੈਂਸ ਰੱਖਦਾ ਹੈ ਔਰ ਸਾਡੀ ਆਰਗੇਨਾਈਜੇਸ਼ਨ ਦਾ ਸਾਈਜ਼ ਕਿੰਨਾ ਕੁ ਵੱਡਾ ਹੈ।
ਤਾਂ ਅਸੀਂ ਕੀ ਕਰ ਸਕਦੇ ਹਾਂ, ਡੀਸੈਂਟਰਲਾਈਜ਼ ਕਰ ਸਕਦੇ ਹਾਂ, ਅਲੱਗ-ਅਲੱਗ ਡਿਪਾਰਟਮੈਂਟ ਬਣਾ ਸਕਦੇ ਹਾਂ। ਡਿਪਾਰਟਮੈਂਟ ਦੇ ਹੈੱਡ ਜਿਹੜੇ ਹੋਣਗੇ ਉਹ ਆਪਣੇ ਆਪਣੇ ਰਿਲੇਟਡ ਡਿਪਾਰਟਮੈਂਟ ਦਾ ਡਿਸੀਜ਼ਨ ਆਪ ਲੈ ਸਕਦੇ ਆ। ਬਟ ਇੱਕ ਬਹੁਤ ਜ਼ਿਆਦਾ ਸੈਂਸਿਟਿਵ ਡਿਸੀਜ਼ਨ ਰਿਲੇਟਡ ਟੂ ਫਾਈਨਾਂਸ ਜਿਹੜਾ ਹੋ ਸਕਦਾ ਹੈ, ਇਟ ਕੁਆਇਡ ਇਨ ਹੈਂਡ ਆਫ ਟੌਪ ਮੈਨੇਜਮੈਂਟ। ਸੋ ਇੱਥੇ ਅਸੀਂ ਕੀ ਹੈ, ਇਫੈਕਟਿਵ ਸੈਂਟਰਲਾਈਜੇਸ਼ਨ ਵੀ ਰੱਖ ਸਕਦੇ ਹਾਂ। ਸੋ ਕਿਸ ਪੁਆਇੰਟ ਦੇ ਉੱਪਰ ਸਾਨੂੰ ਸੈਂਟਰਲਾਈਜੇਸ਼ਨ ਜਿਹੜੀ ਹੈ ਉਹ ਸੈੱਟ ਕਰਨੀ ਹੈ, ਜਾਂ ਅਸੀਂ ਉਸ ਆਰਗੇਨਾਈਜੇਸ਼ਨ ਸਟਰਕਚਰ ਨੂੰ ਡੀਸੈਂਟਰਲਾਈਜ਼ ਕਰਨਾ ਹੈ, ਸੋ ਇਹ ਸਾਨੂੰ ਇਫੈਕਟਿਵਲੀ ਸੋਚਣਾ ਪਊਗਾ। ਸੋ ਇਹ ਸਾਨੂੰ ਐਸਟੈਬਲਿਸ਼ ਕਰਨਾ ਪਊਗਾ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਐਜ਼ ਪਰ ਦਾ ਇੰਪੋਰਟੈਂਸ ਆਫ ਡਿਸੀਜ਼ਨ ਜਾਂ ਐਜ਼ ਪਰ ਦਾ ਸਾਈਜ਼ ਆਫ ਆਰਗੇਨਾਈਜੇਸ਼ਨ, ਇਫੈਕਟਿਵ ਸੈਂਟਰਲਾਈਜੇਸ਼ਨ ਅਤੇ ਇਫੈਕਟਿਵ ਡੀਸੈਂਟਰਲਾਈਜੇਸ਼ਨ ਜਿਹੜੀ ਹੈ ਸਾਨੂੰ ਐਸਟੈਬਲਿਸ਼ ਕਰਨੀ ਪੈਣੀ ਹੈ। ਨੈਕਸਟ ਪ੍ਰਿੰਸੀਪਲ ਹੈ ਜੀ ਪ੍ਰਿੰਸੀਪਲ ਆਫ ਸਕੈਲਰ ਚੇਨ। ਇਹ ਪ੍ਰਿੰਸੀਪਲ ਸਾਨੂੰ ਇਹ ਕਹਿੰਦਾ ਹੈ ਕਿ ਜੋ ਕਮਿਊਨੀਕੇਸ਼ਨ ਹੈ, ਦੇਖੋ ਇਹ ਬੇਸਿਕਲੀ ਜੋ ਪ੍ਰਿੰਸੀਪਲ ਹੈ ਇਹ ਕਮਿਊਨੀਕੇਸ਼ਨ ਦੇ ਲਈ ਹੀ ਇਸਟੈਬਲਿਸ਼ ਕੀਤਾ ਗਿਆ ਸੀ, ਵਿਚ ਮਸਟ ਇਹ ਸਾਨੂੰ ਦੱਸ ਰਿਹਾ ਕਿ ਦੇਅਰ ਸ਼ੁੱਡ ਬੀ ਅ ਫਾਰਮਲ ਚੇਨ ਹੋਣੀ ਜ਼ਰੂਰੀ ਹੈ। ਫਾਰਮਲ ਚੇਨ, ਫਾਰਮਲ ਦਾ ਇੱਥੇ ਕੀ ਮਤਲਬ, ਜਿਹੜੀ ਕਿ ਵੈਲ ਐਸਟੈਬਲਿਸ਼ਡ ਐਂਡ ਵੈਲ ਪਲੈਨਡ ਹੁੰਦੀ ਹੈ ਉਸ ਨੂੰ ਅਸੀਂ ਫਾਰਮਲ ਕਹਿ ਦਿੰਦੇ ਹਾਂ। ਇੱਕ ਫਾਰਮਲ ਚੇਨ ਫॉर ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ ਵਿਚ ਮਸਟ ਫੋਲੋ ਬਾਏ ਆਲ ਦਾ EMPLOYEES ਐਟ ਆਲ ਲੈਵਲ। ਹੁਣ ਇੱਥੇ ਸਾਨੂੰ ਕੀ ਆ, ਇੱਕ ਫਾਰਮਲ ਚੇਨ ਜਿਹੜੀ ਹੈ ਉਹ ਸਾਨੂੰ ਸੁਜੈਸਟ ਕੀਤੀ ਗਈ ਬਾਏ ਹੈਨਰੀ ਫਿਓਲ। ਇਹ ਸਾਡੀ ਚੇਨ ਹੈ। ਦੇਖੋ ਇੱਥੇ ਸਾਡਾ ਟੌਪ ਲੈਵਲ ਦਾ ਬੰਦਾ ਬੈਠਾ ਹੈ, ਇੱਕ ਚੇਨ ਸਾਡੀ ਇੱਧਰ ਨੂੰ ਉਤਰ ਜਾਂਦੀ ਹੈ, ਦੂਸਰੀ ਚੇਨ ਸਾਡੀ ਇਸ ਸਾਈਡ 'ਤੇ ਚਲੀ ਜਾਂਦੀ ਹੈ। ਡਿਪਾਰਟਮੈਂਟ ਅਲੱਗ ਹੋ ਸਕਦੇ ਆ। ਅਗਰ ਐਫ ਨੇ ਐਲ ਦੇ ਨਾਲ ਕੋਈ ਜਿਹੜੀ ਹੈ ਕਮਿਊਨੀਕੇਟ ਰੱਖਣਾ ਹੈ ਤਾਂ ਕੀ ਕਰੇਗਾ, ਐਫ ਟੂ ਈ, ਈ ਟੂ ਡੀ, ਡੀ ਟੂ ਸੀ, ਸੀ ਟੂ ਬੀ, ਬੀ ਟੂ ਏ, ਫਿਰ ਐਲ ਕੋਲ ਜਾਏਗਾ। ਕਲੀਅਰ। ਸੋ ਇਸ ਤਰ੍ਹਾਂ ਇੱਕ ਚੇਨ, ਇੱਕ ਸਿਸਟਮ ਹੋਣਾ ਚਾਹੀਦਾ ਕਮਿਊਨੀਕੇਸ਼ਨ ਦਾ। ਇਹ ਨਹੀਂ ਕਿ ਐਫ ਇੱਥੋਂ ਨਿਕਲਿਆ ਔਰ ਸਿੱਧਾ ਜਾ ਕੇ ਐਲ ਕੋਲ ਚਲਾ ਗਿਆ, ਇਹ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਕੀ ਹੈ, ਪੂਰਾ ਸਿਸਟਮ ਖਰਾਬ ਹੋ ਜਾਂਦਾ ਹੈ। ਅਸੀਂ ਬੌਸ ਨੂੰ ਬਾਈਪਾਸ ਕਰ ਦਿੱਤਾ ਕਿ ਤੂੰ ਕੌਣ ਹੈ ਨਾ, ਤੂੰ ਕੌਣ ਨਹੀਂ ਹੋਣਾ ਚਾਹੀਦਾ। ਸਾਨੂੰ ਇੱਕ ਪ੍ਰੋਪਰ ਸਿਸਟਮ ਜਿਹੜਾ ਹੈ ਉਸ ਨੂੰ ਚੂਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਇੱਕ ਇਫੈਕਟਿਵ ਕਮਿਊਨੀਕੇਸ਼ਨ ਸਿਸਟਮ ਜਿਹੜਾ ਹੈ ਉਸ ਨੂੰ ਬਣਾ ਸਕੀਏ। ਸੋ ਇਹ ਸਾਡੇ ਕੋਲ ਹੋਣਾ ਚਾਹੀਦਾ, ਲੇਕਿਨ ਇਹਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਆਜ਼ਾਦੀ ਜਿਹੜੀ ਹੈ ਉਹ ਦਿੱਤੀ ਗਈ। ਫਿਓਲ ਵਾਜ਼ ਇਨ ਓਪੀਨੀਅਨ, ਇੱਥੇ ਸਾਡੇ ਕੋਲ ਕੀ ਹੈ, ਫਿਓਲ ਵਾਜ਼ ਇਨ ਓਪੀਨੀਅਨ ਦੈਟ ਗੈਂਗ ਪਲੈਂਕ ਸ਼ੁੱਡ ਨਾਟ ਬੀ ਨਾਰਮਲ ਇਨ ਪ੍ਰੈਕਟਿਸ। ਸਾਨੂੰ ਇੱਕ ਸੁਜੈਸ਼ਨ ਪ੍ਰੋਵਾਈਡ ਕੀਤਾ ਗਿਆ ਗੈਂਗ ਪਲੈਂਕ ਦਾ ਕਿ ਜੋ ਦੋ EMPLOYEES ਜਾਂ ਵਰਕਰ ਆਪਸ ਦੇ ਵਿੱਚ ਇੱਕ ਹੀ ਡੈਜ਼ਿਗਨੇਸ਼ਨ 'ਤੇ ਹੈ, ਆਮੋ ਸਾਹਮਣੇ ਡਿਪਾਰਟਮੈਂਟਸ ਦੇ ਵਿੱਚ, ਤਾਂ ਉਹ ਇੱਕ ਹੀ ਡੈਜ਼ਿਗਨੇਸ਼ਨ, ਸੇਮ ਡੈਜ਼ਿਗਨੇਸ਼ਨ ਵਾਲੇ ਪਰਸਨ ਦੇ ਨਾਲ ਜੋ ਕਮਿਊਨੀਕੇਸ਼ਨ ਹੈ ਉਸ ਨੂੰ ਐਸਟੈਬਲਿਸ਼ ਕਰ ਸਕਦੇ ਆ। ਬਟ ਇਹ ਨਾਰਮਲ ਪ੍ਰੈਕਟਿਸ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿ ਹਰ ਵਾਰ ਜਦੋਂ ਤੁਸੀਂ ਗੱਲ ਕਰਨੀ ਹੈ, ਦੇਖੋ ਹੁਣ ਜਿਵੇਂ ਆਪਾਂ ਕਹਿ ਦਈਏ ਕਿ M ਔਰ N ਦਾ ਰਿਲੇਸ਼ਨ ਆਪਸ 'ਚ ਅੱਛਾ ਹੈ, ਔਰ ਇੱਧਰ ਅਗਰ D ਨੇ M ਦੇ ਨਾਲ ਕੋਈ ਜਿਹੜਾ ਕਮਿਊਨੀਕੇਸ਼ਨ ਕਰਨੀ ਹੈ ਤਾਂ ਉਹ ਕੀ ਕਰ ਰਿਹਾ, N ਨਾਲ ਕਮਿਊਨੀਕੇਟ ਕਰੇਗਾ ਔਰ ਉਹਨੂੰ ਕਹਿ ਦੇਗਾ ਤੂੰ M ਤੋਂ ਪੁੱਛ ਕੇ ਦੱਸ ਦੇ, ਹੈ ਨਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਸੇ ਕਰਕੇ ਇਹਨਾਂ ਨੇ ਸੁਜੈਸਟ ਕੀਤਾ ਕਿ ਨਾਰਮਲ ਪ੍ਰੈਕਟਿਸ ਦੇ ਵਿੱਚ ਅਸੀਂ ਗੈਂਗ ਪਲੈਂਕ ਨੂੰ ਯੂਜ਼ ਨਹੀਂ ਕਰਨਾ, ਬਟ ਇਟ ਕੁਡ ਓਨਲੀ ਇਨ ਨੈਸੈਸਰੀ, ਅਗਰ ਸਾਨੂੰ ਇਹ ਜ਼ਿਆਦਾ ਨੈਸੈਸਰੀ ਲੱਗਦਾ ਹੈ, ਓਨਲੀ ਇਨ ਦੈਟ ਕੇਸ ਵੀ ਕੈਨ ਯੂਜ਼ ਗੈਂਗ ਪਲੈਂਕ ਸਿਸਟਮ, ਅਦਰਵਾਈਜ਼ ਸਾਨੂੰ ਇਹ ਅਵੋਇਡ ਕਰਨਾ ਚਾਹੀਦਾ। ਇਹ ਸਾਰਾ ਕੁਝ ਸਾਨੂੰ ਕਿਉਂ ਕਿਹਾ ਗਿਆ ਕਿ ਅਗਰ ਅਸੀਂ ਬੌਸ ਨੂੰ ਬਾਈਪਾਸ ਕਰਦੇ ਹਾਂ, ਕਈ ਵਾਰ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈ ਬੌਸ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਲੱਗਦਾ। ਸੋ ਇਸ ਕਰਕੇ ਸਾਨੂੰ ਇੱਕ ਪ੍ਰੋਪਰ ਚੇਨ, ਇੱਕ ਪ੍ਰੋਪਰ ਸਿਸਟਮ ਜਿਹੜਾ ਹੈ ਉਹ ਰੱਖਣਾ ਚਾਹੀਦਾ। ਨੈਕਸਟ ਪ੍ਰਿੰਸੀਪਲ ਹੈ ਸਾਡਾ ਪ੍ਰਿੰਸੀਪਲ ਆਫ ਆਰਡਰ। ਦੇਖੋ ਇੱਥੇ ਆਰਡਰ ਦਾ ਮਤਲਬ ਜਿਹੜਾ ਹੈ ਉਹ ਆਰਡਰ ਦੂਸਰਾ ਆਰਡਰ ਨਹੀਂ ਹੈ ਕਿ ਜਿਵੇਂ ਆਪਾਂ ਇੱਕ ਦੂਜੇ ਨੂੰ ਕੋਈ ਆਰਡਰ ਦੇ ਦਿੰਦੇ ਹਾਂ ਜਾਂ ਇੱਕ ਮੈਨੇਜਰ ਆਪਣੇ ਵਰਕਰ ਨੂੰ ਕੋਈ ਆਰਡਰ ਦੇਗਾ, ਇਹ ਉਹ ਆਰਡਰ ਨਹੀਂ ਹੈ। ਇੱਥੇ ਸਾਡਾ ਆਰਡਰ ਦਾ ਮਤਲਬ ਕੀ ਹੈ, ਆਰਡਰਲੀ ਅਰੇਂਜਮੈਂਟ ਆਫ ਮੈਨ ਐਂਡ ਮਟੀਰੀਅਲ, ਕਿ ਹਰ ਚੀਜ਼ ਜਿਹੜੀ ਹੈ ਆਪਣੇ ਸਹੀ ਆਰਡਰ 'ਤੇ ਸਹੀ ਜਗ੍ਹਾ ਦੇ ਉੱਪਰ ਹੋਣੀ ਜ਼ਰੂਰੀ ਹੈ। ਅਗਰ ਸਪੋਜ਼ ਕਰੋ ਕਿ ਸਾਨੂੰ ਕੋਈ ਚੀਜ਼ ਸਹੀ ਜਗ੍ਹਾ 'ਤੇ ਨਹੀਂ ਮਿਲ ਰਹੀ ਤਾਂ ਕੀ ਹੋਊਗਾ, ਉਸ ਨੂੰ ਲੱਭਣ ਦੇ ਲਈ, ਅਰੇਂਜ ਕਰਨ ਦੇ ਲਈ ਸਾਨੂੰ ਟਾਈਮ ਲੱਗ ਜਾਏਗਾ, ਸਾਡਾ ਟਾਈਮ ਜਿਹੜਾ ਹੈ ਵੇਸਟੇਜ ਹੋ ਜਾਊਗੀ ਫॉर ਲੋਕੇਟਿੰਗ ਥੀਜ਼ ਆਈਟਮਸ ਐਟ ਦਾ ਟਾਈਮ ਵੈਨ ਰਿਕੁਆਇਰਡ।
ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀਆਂ ਸਮਾਨ ਹੈ, ਸਾਡਾ ਮਸ਼ੀਨ ਹੈ, ਸਾਡੀ ਮਟੀਰੀਅਲ ਨੇ, ਸਾਡੇ ਟੂਲਸ ਨੇ, ਇਹ ਚੀਜ਼ਾਂ ਸਹੀ ਆਰਡਰ ਦੇ ਉੱਪਰ ਹੋਣੀਆਂ ਜ਼ਰੂਰੀ ਹੈ, ਸੋ ਦੈਟ ਕਿ ਅਸੀਂ ਆਪਣੇ ਟਾਈਮ ਦੀ ਵੇਸਟੇਜ ਨੂੰ ਬਚਾ ਸਕੀਏ। ਨੈਕਸਟ ਪੁਆਇੰਟ ਹੈ ਪ੍ਰਿੰਸੀਪਲ ਆਫ ਇਕੁਇਟੀ। ਇਕੁਇਟੀ ਦਾ ਮਤਲਬ ਕਿ means be kind and justice toward all workforce, कि अपनी सारी वर्कफोर्स की तरफ be kind मतलब कि दयालु रहो, एंड जस्टिस कि उन्होंने नाल न्याय भी करो, उन्होंने एक तरह का हरेक नाल अपना व्यवहार जो है वो एक तरह का ही रखिए। फेवरेटिज्म नूं छड्डिए तो इत्थे जो परसनलाइज असी कर दिंदे आ कि ये परसन मेरे बड़ा क्लोज है, ये परसन मेरे घर दे कोल रहिंदा है, या ये परसन मेरा फ्रेंड है, या एक मेरे फ्रेंड का अगे कोई फ्रेंड है वो मेरे को काम कर रहा है, मैं उसका बहुत ज़्यादा करी जावां, है ना, बाकी वर्करस नूं थोड़ा जिहा दूर रखा। सो इस तरह नहीं होना चाहिए। सो प्रिंसीपल ऑफ इक्विटी सानू की सुजैसट करता है कि असी सारे वर्करस नूं एक ही नज़र दे नाल देखीए, उहदे विच कोई साडा फेवरेट ना होवे। इस तरह करन दे नाल की होऊगा, सारे वर्करस जिहड़े है वो पॉजिटिव रहिंदे आ, तुहाडे रिलेशनस सारिਆਂ ਦੇ ਨਾਲ ही अच्छे रहिंदे आ। अगर असी देखो इत्थे की करांगे, फेवरेटिज्म करांगे, साडा रिलेशन सिर्फ एक नाल अच्छा होऊगा, बाकियां नाल साडा रिलेशन की है खराब हो जाऊगा। ठीक है, और वर्कर भी मोटिवेटेड रहिंदे आ और वो भी काम जिहड़ा है अपनी पूरी लगन दे नाल करदे आ। नैक्सट पॉइंट है प्रिंसीपल ऑफ स्टेबिलिटी ऑफ टैन्यूर ऑफ परसोनल। परसोनल का मतलब कि जिन्नी भी साडे कोल वर्कफोर्स काम करती है उन्हां दा जो टैन्यूर का मतलब वो समा जो उन्होंने साडे कोल जॉब करनी है उहदे अंदर स्टेबिलिटी का होना बहुत ज़रूरी है। किसी दे अंदर ये फीयर नहीं होना चाहिए कि पता नहीं मैनू 1 साल हो गया, अगले साल मैनू कढ़ देंगे जॉब तो, या मेरे 5 साल पूरे हो गए मैनू कढ़ देंगे, या मेरे 10 साल पूरे हो गए मैनू कढ़ देंगे। जब तक उसकी रिटायरमेंट एज नहीं आती, ਜਾਂ जब तक असी ये ना सोचीए कि वो वर्कर साडे लिए बिल्कुल ही निकम्मा हो गया, हुण वो काम नहीं करता या साडे काम दा नहीं रहा, साडी टैक्नीक्स चेंज हो गई, उदों तक असी उस दे अंदर ये एहसास ना होण दईए कि उसका जो वर्किंग टाइम है वो कदे भी ख़त्म हो सकता है। उहदा टैन्यूर जिहड़ा है उसनूं असी की रखीए, फिक्स रखीए एटलीस्ट। हुण इस तरह करन नाल फ़ायदा की होऊगा, जदों वर्कर का टैन्यूर फिक्स हो गया मतलब उसके अंदरों यह डर निकल गया कि उसकी जॉब कदे भी लूज़ हो सकती है, तो उत्थे खुल के अपना 100% दे के जिहड़ा है काम करता है। वो नवीं टैक्नीक्स नूं सीखण दी कोशिश करता है, उसका कोऑपरेशन वध जांदा है, अपने वर्करस दे नाल कोऑर्डिनेशन वध जांदा है, उसका अपने मैनेजर्स दे नाल रिलेशन जिहड़ा है वो भी अच्छा हो जाता है। वो अपनी डिवेलपमेंट के बारे भी सोचता है, उसदे अंदर स्पैशलाइजेशन भी आ जाती है, कम्यूनीकेशन का लैवल जो है वो भी इफेक्टिव हो जाता है। मोर ओवर वो थोड़ी ऑर्गेनाइजेशन नूं हुण चंगी तरह जानन लग गया, ਉਹਦੇ ਉੱਪਰ ਤੁਸੀਂ ਕਿੰਨੀ ਕੋਸਟ ਜਿਹੜੀ ਹੈ ਉਹ ਲਗਾਈ ਹੋਈ ਹੈ। ਸੋ ਜਦ ਤੁਸੀਂ ਬਾਰ-ਬਾਰ ਕੱਢੀ ਜਾਓਗੇ ਵਰਕਰਸ ਨੂੰ, ਨਵਾਂ ਵਰਕਰ ਆ ਜਾਊਗਾ, ਪੁਰਾਣਾ ਵਰਕਰ ਚਲੇ ਜਾਊਗਾ, ਸੋ ਉੱਥੇ ਸਾਡੀ ਇੱਕ ਵਰਕਰ ਨੂੰ ਕੱਢ ਕੇ ਨਵੇਂ ਵਰਕਰ ਨੂੰ ਰੱਖਣ ਦੀ ਜੋ ਕੋਸਟ ਹੈ ਉਹ ਵੀ ਬਹੁਤ ਜ਼ਿਆਦਾ ਆ ਜਾਂਦੀ ਹੈ। ਇੱਥੇ ਸਾਡੀ ਰਿਕਰੂਟਮੈਂਟ ਕੋਸਟ ਦੀ ਵੀ ਅਸੀਂ ਗੱਲ ਕਰਦੇ ਹਾਂ, ਸਿਲੈਕਸ਼ਨ ਕੋਸਟ ਦੀ ਵੀ ਅਸੀਂ ਗੱਲ ਕਰ ਸਕਦੇ ਹਾਂ, ਜਾਂ ਅਸੀਂ ਟ੍ਰੇਨਿੰਗ ਕੋਸਟ ਦੀ ਵੀ ਗੱਲ ਕਰ ਸਕਦੇ ਹਾਂ। ठीक है, सो इस तरह करन दे नाल की है साडी ये सारी कॉस्ट जिहड़ी है वो सेव हो सकती है। नैक्सट प्रिंसीपल है प्रिंसीपल ऑफ इनीशिएटिव। देखो इनीशिएटिव का मतलब हुंदा है पहल करनी। हुण असी पहल करवानी है, किस तो करवानी है, वर्करस तो करवानी है, कि हर वर्कर जिहड़ा है अपना इनीशिएट ले, पहल करे। पहल किवें हुंदी है, जिवें असी देखो क्लासरूम दे विच कह दिंदे आ कि एनी सजैशन, तो सारे स्टूडेंट की है नीवीं जी पा के या टीचर वाल देखी जाते हैं। कोई भी उठ के ये नहीं कहता कि मेरा ये सजैशन है ना। इस अगर कोई उठ के कहूगा या कोई हैंड रेज करूगा तो उसनों असी बोलते हैं इनीशिएटिवनैस, कि कोई बंदा इनीशिएट लै रहा, पहल कर रहा अपने वालों। सो ये कदों हुंदा जदों असी उन्होंने मोटिवेट करते हैं वर्करस नूं, ये दसदे हैं कि वो ऑर्गेनाइजेशन का पार्ट है, ऑर्गेनाइजेशन उन्हां तो बिना कुछ भी नहीं है, तद वो ऑर्गेनाइजेशन की बैटरमेंट के लिए जो है इनीशिएट लेंदे आ। और वो बार बार इनीशिएट लैन, पहल करन, इस दे लई ये मैनेजर की रिस्पोंसिबिलिटी बन जाती है कि जदों भी वो पहल लैंदा है तो उसनूं उस चीज़ के लिए डीमोरलाइज नहीं करना, डीमोटिवेट नहीं करना, उसनूं वैलकम करना है, उसके आइडियाज़ नूं वैलकम करना है, सो दैट नैक्सट टाइम वो इनीशिएट ले टूवर्ड टेकिंग द रिस्पोंसिबिलिटीज़ फॉर अचीविंग द
ਗੋਲਸ। ਸੋ ਇਸ ਕਰਕੇ ਅਸੀਂ ਉਸ ਨੂੰ ਮੋਟੀਵੇਟ ਕਰਨਾ ਹੈ। ਨੈਕਸਟ ਪ੍ਰਿੰਸੀਪਲ ਹੈ ਸਾਡਾ ਪ੍ਰਿੰਸੀਪਲ ਆਫ ਸਪਿਰਿਟ ਦੇ ਕੋਪਸ, ਮੀਨਸ ਸਪਿਰਿਟ ਆਫ ਲੋਇਲਟੀ ਐਂਡ ਡਿਵੋਸ਼ਨ ਟੂ ਦਾ ਗਰੁੱਪ। ਬੜੇ ਸਿੰਪਲ ਲਹਿਜ਼ੇ ਦੇ ਵਿੱਚ ਅਸੀਂ ਇਸ ਨੂੰ ਕੀ ਕਹਿ ਸਕਦੇ ਹਾਂ, ਦੇਅਰ ਸ਼ੁੱਡ ਬੀ ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਹੋਣਾ ਚਾਹੀਦਾ ਬਿਟਵੀਨ ਟੀਮ ਵਰਕਰਸ। ਇੱਕ ਟੀਮ ਦੇ ਅੰਦਰ ਜਿੰਨੇ ਵੀ ਵਰਕਰਸ ਹੈ ਉਹਨਾਂ ਦੇ ਅੰਦਰ ਜੋ ਹੈ ਬਿਲੋਂਗਿੰਗਨੈਸ ਦੀ ਜੋ ਭਾਵਨਾ ਹੈ ਉਹ ਹੋਣੀ ਚਾਹੀਦੀ ਆ, ਉਹਨਾਂ ਦੇ ਅੰਦਰ ਕੋਆਪਰੇਸ਼ਨ ਕੋਆਰਡੀਨੇਸ਼ਨ ਟੀਮ ਵਰਕ ਜਿਹੜਾ ਹੈ ਉਹ ਹੋਣਾ ਚਾਹੀਦਾ, ਸੋ ਦੈਟ ਉਹ ਸਾਰੇ ਇਕੱਠੇ ਹੋ ਕੇ ਉਸ ਇੱਕ ਆਰਡਰ ਨੂੰ ਫੋਲੋ ਕਰਕੇ ਇੱਕ ਡਾਇਰੈਕਸ਼ਨ ਦੇ ਵਿੱਚ ਕੰਮ ਕਰਕੇ ਸਾਡੇ ਕਾਮਨ ਗੋਲਸ ਨੂੰ ਟਾਈਮਲੀ ਅਚੀਵ ਕਰ ਲੈਣ। ਠੀਕ ਹੈ ਜੀ, ਇਹ ਸਾਰੇ ਪ੍ਰਿੰਸੀਪਲ ਸੀ ਸਾਡੇ। ਐਜ਼ ਕਨਕਲੂਜ਼ਨ ਅਸੀਂ ਇਹ ਕਹਿ ਸਕਦੇ ਹਾਂ, ਥੀਸ ਪ੍ਰਿੰਸੀਪਲਸ ਆਰ ਵੈਰੀ ਇਫੈਕਟਿਵ ਐਂਡ ਦੇਅਰ ਐਪਲੀਕੇਸ਼ਨ ਵਿਲ ਡਿਪੈਂਡਸ ਅਪੋਨ ਪਰਸਨ ਅਪਲਾਈਂਗ ਦੈਮ। ਦੇਖੋ ਇੱਥੇ ਕੀ ਹੈ, ਅਬਿਲਿਟੀ ਆਫ ਮੈਨੇਜਰ ਦੱਸ ਦਿੱਤੀ ਕਿ ਉਸ ਪਰਸਨ ਦੀ ਅਬਿਲਿਟੀ ਦੇ ਉੱਪਰ ਇਹ ਚੀਜ਼ ਡਿਪੈਂਡ ਕਰਦੀ ਹੈ ਇਨ ਡਿਫਰੈਂਟ ਸਿਚੁਏਸ਼ਨ ਇਨ ਡਿਫਰੈਂਟ ਇਨਵਾਇਰਮੈਂਟ। ਹਾਲਾਂਕਿ ਇੱਥੇ ਤੱਕ ਇਹ ਲਿਖਿਆ ਕਿ ਜੋ ਇਸ ਦਾ ਰਿਜ਼ਲਟ ਹੈ ਉਹ ਇਸ ਚੀਜ਼ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਜੋ ਪਰਸਨ ਇਹਨਾਂ ਨੂੰ ਅਪਲਾਈ ਕਰ ਰਿਹਾ ਉਹਦੀ ਆਪਣੀ ਸਮਝ ਕਿੰਨੀ ਕੁ ਹੈ, ਉਹਦੀ ਅਬਿਲਿਟੀ ਕਿੰਨੀ ਕੁ ਹੈ ਸਿੰਸ। ਲੇਕਿਨ ਫਿਰ ਵੀ ਜੋ ਅਸੀਂ ਮੈਨੇਜਮੈਂਟ ਪ੍ਰਿੰਸੀਪਲਸ ਹੈ, ਇਹ ਮੈਨੇਜਮੈਂਟ ਅਸੀਂ ਦੇਖਿਆ ਕਿ ਡੀਲ ਕਰਦੀ ਹੈ ਹਿਊਮਨ ਬਿਹੇਵੀਅਰ ਦੇ ਨਾਲ। ਰਿਜ਼ਲਟ ਆਫ ਐਪਲੀਕੇਸ਼ਨ ਆਫ ਪ੍ਰਿੰਸੀਪਲਸ ਆਫ ਮੈਨੇਜਮੈਂਟ ਮੇ ਡਿਫਰ ਹੋ ਸਕਦੇ ਆ ਫਰੋਮ ਪਰਸਨ ਟੂ ਪਰਸਨ, ਆਰਗੇਨਾਈਜੇਸ਼ਨ ਟੂ ਆਰਗੇਨਾਈਜੇਸ਼ਨ, due to difference in situations, environment and human behavior। ਇਹਨਾਂ ਦਾ ਰਿਜ਼ਲਟ ਅਲੱਗ-ਅਲੱਗ ਆ ਸਕਦਾ ਹੈ, ਲੇਕਿਨ ਸਟਿਲ ਅਸੀਂ ਇਹੀ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਦੇ ਜੋ ਪ੍ਰਿੰਸੀਪਲ ਸਾਨੂੰ ਦਿੱਤੇ ਹੈਨਰੀ ਫਿਓਲ ਨੇ, ਇਹ ਬਹੁਤ ਹੀ ਇੰਪੋਰਟੈਂਟ ਪ੍ਰਿੰਸੀਪਲਸ ਹੈ, ਜਿਨ੍ਹਾਂ ਦੀ ਹੈਲਪ ਦੇ ਨਾਲ ਦੇਖੋ ਅਸੀਂ ਸਟਾਰਟਿੰਗ 'ਚ ਪੜ੍ਹਿਆ ਕਿ ਇਹੀ ਟੈਕਨੀਕਸ ਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਨੂੰ ਬੈਂਕਰਪਸੀ ਦੇ ਲੈਵਲ ਤੋਂ ਉਠਾ ਕੇ ਵਨ ਆਫ ਦਾ ਮੋਸਟ ਕੀ ਬਣਾਇਆ ਸੀ, ਉਹਨਾਂ ਨੇ ਸਕਸੈਸਫੁਲ ਕੰਪਨੀ ਬਣਾ ਲਿਆ ਸੀ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਜੋ ਐਪਲੀਕੇਬਿਲਿਟੀ ਹੈ ਉਹ ਬੜੀ ਇੰਪੋਰਟੈਂਟ ਹੈ ਕਿਸੇ ਵੀ ਆਰਗੇਨਾਈਜੇਸ਼ਨ ਦੇ ਅੰਦਰ। ਸੋ ਇਹ ਆਪਣਾ ਅੱਜ ਦਾ ਟੌਪਿਕ ਸੀ ਪ੍ਰਿੰਸੀਪਲਸ ਆਫ ਮੈਨੇਜਮੈਂਟ। ਹੋਪਫੁਲੀ ਤੁਹਾਨੂੰ ਸਮਝ ਆਇਆ ਹੋਊਗਾ। Thanks for watching. Keep supporting, subscribe and share the channel for the next update. Thank you ji.